वारी गज के फतेह बुलाओ। वाहिगुरु जी का खालसा वाहिगुरु जी की फतेह। कई नामधारी सिख ਜਿਹੜੇ ਮੇਰੇ ਵਿਸ਼ੇਸ਼ ਵਿਰੋਧੀ ਨੇ, ਉਹਨਾਂ ਨੂੰ ਇਹ ਧਿਆਨ ਆ ਰਿਹਾ ਕਿ ਮੈਂ ਅਕਾਲੀ ਹੁੰਦਾ ਜਾ ਰਿਹਾ, ਮੈਂ ਫਤਿਹ ਬੁਲਾ ਰਿਹਾ ਤੇ ਮੈਂ ਨਾਮਧਾਰੀਆ ਨਹੀਂ ਰਹਿ ਰਿਹਾ। ਮੈਂ ਉਹਨਾਂ ਨੂੰ ਪੁੱਛਦਾ, ਜਿਹੜੇ ਮੈਨੂੰ ਇਹ ਕਹਿੰਦੇ ਨੇ ਉਹਨਾਂ ਨੂੰ ਪੁੱਛਦਾ ਫਤਿਹ ਕਿਹਦੀ ਹੈ? ਫਤਿਹ ਤੇ ਹੈ ਹੀ ਸਾਡੀ ਹੈ। ਅੰਮ੍ਰਿਤ ਛਕਾਉਣ ਲੱਗਿਆ ਅਸੀਂ ਫਤਿਹ ਕਿਉਂ ਬੁਲਾਉਨੇ ਆ? ਫਤਿਹ ਤੇ ਸਾਨੂੰ 10ਵੇਂ ਪਾਤਸ਼ਾਹ ਨੇ ਦਿੱਤੀ ਹੈ। ਅਸੀਂ 10ਵੇਂ ਪਾਤਸ਼ਾਹ ਨੂੰ ਮੰਨਦੇ ਨਹੀਂ ਪਹਿਲਾਂ, ਅਸੀਂ ਤਾਂ ਬਹੁਤਾ ਮੰਨਦੇ ਹਾਂ ਸਾਰਿਆਂ ਨਾਲੋਂ। ਅਤੇ ਇੱਕ ਅਖੀਰਲੀ ਗੱਲ ਪੁੱਛਦਾ ਉਹਨਾਂ ਸਾਰਿਆਂ ਨੂੰ, ਇਹ ਦੱਸੋ ਕਿ ਗੁੱਡ ਮਾਰਨਿੰਗ ਕਰਦਿਆਂ ਸਵੇਰ ਤੋਂ ਸ਼ਾਮ ਤੱਕ ਮੂੰਹ ਥੱਕ ਜਾਂਦਾ, ਉਦੋਂ ਅਸੀਂ ਈਸਾਈ ਨਹੀਂ ਹੋ ਜਾਂਦੇ? ਉਦੋਂ ਕਿਉਂ ਨਹੀਂ ਸਾਡੇ ਮੂੰਹ 'ਚ ਘੁੰਗਣੀਆਂ ਪੈ ਜਾਂਦੀਆਂ? ਫਤਿਹ ਤੇ ਸਾਡੀ ਹੈ। ਫਿਰ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। पंथ की जीत दे तेग फतेह, राज करेगा खालसा आकी रहे ना कोई। सच्चे पातशाह ने वचन कीता, खालसा मेरो रूप है खास, खालसे मैं हूं करो निवास। खालसा मेरी शोभाशील, खालसा बंद सखा सददीर, खालसा मेरो भवन भंडार। खालसा करो, खालसा कर मेरो सदकार। साध संगत जी, 10वें पातशाह ने विसाखी के दिन अमृत तैयार किया। 5 ਸਿੰਘਾਂ ਦੇ सिर भरे दीवान दे विच तलवार नाल अपने हस्त कमलों नाल वढ़ के फिर जोड़ दिते। ਅਤੇ ਉਹਦੇ ਵਿੱਚ ਇਹ ਨਹੀਂ ਕਿ ਦਇਆ ਸਿੰਘ ਦਾ, ਧਰਮ ਸਿੰਘ ਦੇ, ਜਿਹਦਾ ਜਿੱਥੇ ਉਹਨਾਂ ਦੀ ਰਜਾ ਸੀ ਉੱਥੇ ਹੀ ਲਾ ਕੇ ਉਹਨਾਂ ਨੂੰ ਸੁਰਜੀਤ ਕਰ ਦਿੱਤਾ, ਕਿਉਂਕਿ ਸਤਿਗੁਰ ਮੇਰਾ ਮਾਰਜ ਵਾਲੇ। ਅਸੀਂ ਨਾਮਧਾਰੀ ਪੰਥ ਸੱਚੇ ਪਾਤਸ਼ਾਹ ਦੀਆਂ ਪਰਲੌਕਿਕ ਸ਼ਕਤੀਆਂ ਵਿੱਚ ਪੂਰਨ ਵਿਸ਼ਵਾਸ ਕਰਦੇ ਹਾਂ। ਅਸੀਂ ਇਹ ਨਹੀਂ ਮੰਨਦੇ कि सच्चे पातशाह ने करामात नहीं विखाई या करामात नहीं हुंदी। विखाउणी या ना विखाउणी उन्हां दी अपनी रजा है। अज सानू मानसिक रूप विच पराधीन करने वास्ते बड़ा लंबा चौड़ा जाल विछाया गया, जिस करके सानू ये दस्या जाता है कि नहीं करामात हुंदी नहीं, गुरु महाराज ने करामात विखाई नहीं। ਇਹ ਸਾਰੀਆਂ ਗੱਲਾਂ ਐਵੇਂ ਹੀ ਘੜੀਆਂ ਨੇ, ਕਵੀਆਂ ਨੇ ਲਿਖੀਆਂ ਨੇ। ਇਹ ਸਾਰੀਆਂ ਚੀਜ਼ਾਂ ਜੇ ਅਸੀਂ ਇਸੇ ਤਰ੍ਹਾਂ ਹੀ ਮੰਨ ਲਈਏ ਕਿ ਕੋਈ ਕਰਾਮਾਤ ਨਹੀਂ ਹੁੰਦੀ, ਅਤੇ ਹਿੰਦੂਆਂ ਦਾ ਜੋ ਲਿਖਿਆ ਅਸੀਂ ਕਹਿੰਦੇ ਆ, ਉਹਦੇ ਵਾਸਤੇ ਦੁੱਖ ਦੀ ਗੱਲ ਹੈ ਕਿ ਹਿੰਦੂ ਅਤੇ ਸਿੱਖ ਅਸੀਂ ਹੀ ਉਹਨਾਂ ਪੌਰਾਣਿਕ ਕਥਾਵਾਂ ਨੂੰ ਜਾਂ ਹੋਰ महान कथावां नूं असीं आपे ही मिथ्यास कहण लग पे हां। मिथ्यास का की मतलब है? बोला है साच, मिथ्या नहीं राई। मिथ्या का मतलब झूठा, झूठा इतिहास। आपां ही उहनूं झूठा कहण लग पे हां। जे अज असीं हिंदुआं दे इतिहास नूं मिथ्यास आखांगे, सानूं सिखां नूं चेता करना चाहिए। कल नूं साडी भी वारी आएगी जिन्हें ये चाबी भरी है ईसाइयां ने, अंग्रेजां ने, कि ये मिथ्यास है, ये झूठ है। कल नूं सिखां दा भी मिथ्यास ही आख्या जाएगा। मैं आप जी सारियां नूं पुछदा, मैं अपने विचार किसी ते ठोसदा नहीं, सिर्फ आप जी नूं सोचण वास्ते बेनती कर रहा कि जे सच्चे पातशाह दे विच ये शक्ति नहीं सी, फिर आपां एवें ही मत्था टेकी जाने, एवें ही पूजी जाने। इस तो पिछे आ जाओ। ਜਿਹੜੇ ਇਹ ਕਹਿੰਦੇ ਨੇ ਕਿ ਕਰਾਮਾਤ ਹੁੰਦੀ ਨਹੀਂ, ਮੈਂ ਸਪਸ਼ਟ ਕਰਨਾ ਚਾਹਾਂਗਾ, ਕਰਾਮਾਤ ਤੋਂ ਬਿਨਾਂ ਕੋਈ ਸੰਸਾਰ ਦਾ ਪੰਥ ਨਾ ਚੱਲਿਆ, ਨਾ ਚੱਲ ਸਕਦਾ। ਇਸ ਦਾ ਤਾਜ਼ਾ ਸਭ ਤੋਂ ਵੱਡਾ ਪ੍ਰਤੱਖ ਪ੍ਰਮਾਣ ਹੈ ਮਾਤਾ ਤਰੇਸਾ। ਮਾਤਾ ਤਰੇਸਾ ਦੇ ਸਰੀਰ ਛੱਡਣ ਉਪਰੰਤ ਬੜੇ ਲੋਕਾਂ ਨੇ ਵੈਟੀਕਨ ਵਿੱਚ, ਜਿੱਥੇ ਈਸਾਈਆਂ ਦਾ ਮੁੱਖ ਸਥਾਨ ਹੈ, ਉੱਥੇ ਜ਼ੋਰ ਲਾਇਆ ਕਿ ਮਾਤਾ ਤਰੇਸਾ ਨੂੰ ਸੰਤ ਦੀ ਪਦਵੀ ਦਿਓ। उन्होंने आख्या माता ट्रेसा की कोई करामात साबित करो तो संत की पदवी दी जाएगी, नहीं तो नहीं दी जाएगी।
ਲੋਕਾਂ ਨੇ ਆਖਿਆ ਉਹਨੇ ਇੰਨੀ ਸੇਵਾ ਕੀਤੀ ਹੈ, ਉਹਨਾਂ ਆਖਿਆ ਨਹੀਂ, ਸੇਵਾ ਨਹੀਂ, ਕਰਾਮਾਤ ਚਾਹੀਦੀ ਹੈ। ਇਸ ਕਰਕੇ ਬਿਨਾਂ ਕਰਾਮਾਤ ਤੋਂ ਕੋਈ ਪੰਥ ਨਹੀਂ ਚੱਲਦਾ। ਔਰ ਸਿੱਖਾਂ ਨੂੰ ਤੇ ਇਹ ਸੋਚਣ ਦੀ ਲੋੜ ਹੈ ਕਿ ਸਾਡੇ ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ, ਜੇ ਸੱਚੇ ਪਾਤਸ਼ਾਹ ਦੇ ਵਿੱਚ ਕੋਈ ਕਰਾਮਾਤ, ਕੋਈ ਪਰਲੌਕਿਕ ਸ਼ਕਤੀ ਨਹੀਂ ਸੀ, ਅਤੇ ਉਥੋਂ ਦਾ ਰਾਜਾ ਰਾਏ ਬੁਲਾਰ ਜਿਹਦਾ ਨੌਕਰ ਕਾਲੂ ਪਟਵਾਰੀ ਸੀ, ਉਹ ਆਪਣੇ ਪਟਵਾਰੀ ਦੇ ਮੁੰਡੇ, ਹਿੰਦੂ ਮੁੰਡੇ ਨੂੰ 10 ਸਾਲਾਂ ਦੇ ਨੂੰ ਉਹ ਕਿਉਂ ਮੱਥਾ ਟੇਕਦਾ? ਮੈਂ ਆਪ ਜੀ ਨੂੰ ਪੁੱਛਦਾ ਕਿ ਉਹ ਇੱਕ ਹਿੰਦੂ ਮੁੰਡੇ ਨੂੰ, ਆਪਣੇ ਨੌਕਰ ਦੇ ਨੂੰ ਕਿਉਂ ਮੱਥਾ ਟੇਕਦਾ? ਤੁਸੀਂ ਵੀ ਆਪਣੇ ਨੌਕਰ ਦੇ ਮੁੰਡੇ ਨੂੰ ਮੱਥਾ ਟੇਕੋ, ਲੱਗ ਜਾਂਦਾ ਪਤਾ। ਕਿ ਸਾਡੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਵਿੱਚ ਕੋਈ ਪਰਲੌਕਿਕ ਸ਼ਕਤੀ ਨਹੀਂ ਸੀ? ਜੇ ਇਸ ਤੋਂ ਅੱਗੇ ਫੇਰ ਆ ਜਾਈਏ, ਸੱਚੇ ਪਾਤਸ਼ਾਹ ਦੇ ਕਥਾਵਾਂ ਬੜੀਆਂ ਲੰਮੀਆਂ ਨੇ। ਸੱਚੇ ਪਾਤਸ਼ਾਹ ਨੇ ਮੱਕਾ ਫੇਰਿਆ, ਸੱਚੇ ਪਾਤਸ਼ਾਹ ਉੱਡ ਕੇ ਗਏ, ਸੱਚੇ ਪਾਤਸ਼ਾਹ ਵੇਲ ਮੱਛੀ ਤੇ ਚੜ੍ਹ ਕੇ ਸ੍ਰੀਲੰਕਾ ਗਏ, ਜਿਹਨੂੰ ਕਿ ਅੱਜ ਦੇ ਸਾਡੇ ਹੀ ਸਿੱਖ ਇਤਿਹਾਸਕਾਰਾਂ ਦੇ ਨੇ ਨਹੀਂ ਜੀ, ਮੱਛੀ ਦਾ ਮਤਲਬ ਹੁੰਦਾ ਮਛੂਆ, ਮਛੂਆ ਦਾ ਮਤਲਬ ਹੁੰਦਾ ਬੇੜੀ। ਯਾਨੀ ਸਾਡਾ ਗੁਰੂ ਜਿਹੜਾ, ਉਹਦੇ 'ਚ ਇੰਨੀ ਸ਼ਕਤੀ ਨਹੀਂ ਕਿ ਮੱਛੀ ਨੂੰ ਆਖੇ ਮੇਰੇ ਕੋਲ ਆ ਜਾ ਤੇ ਮੱਛੀ ਦੇ ਉੱਤੇ ਚੜ੍ਹ ਜਾਵੇ। ਇਹਦਾ ਮਤਲਬ ਸਾਡੇ ਗੁਰੂ 'ਚ ਕੋਈ ਇਹੋ ਜਿਹੀ ਸ਼ਕਤੀ ਨਹੀਂ। ਮੈਂ ਉਹਨਾਂ ਇਤਿਹਾਸਕਾਰਾਂ ਨੂੰ ਪੁੱਛਦਾ ਕਿ ਸਾਡੇ ਗੁਰੂ 'ਚ ਤੇ ਇਹ ਸ਼ਕਤੀ ਨਹੀਂ ਸੀ ਹੈਗੀ, ਉਹ ਐਵੇਂ ਝੂਠ ਲਿਖਿਆ ਗਿਆ ਜਨਮ ਸਾਖੀ ਵਿੱਚ। ਪਰ ਆ ਜਿਹੜੇ ਵੇਲ ਮੱਛੀਆਂ ਤੇ ਡਾਲਫਿਨ ਨੂੰ ਨਚਾਉਂਦੇ ਨੇ, ਵੱਡੇ ਵੱਡੇ ਸੀ ਵਰਡ ਵਗੈਰਾ ਬਣਾ ਕੇ, ਉਹਨਾਂ 'ਚ ਸ਼ਕਤੀ ਹੈਗੀ ਹੈ। ਸਾਡੇ ਗੁਰੂ ਵਿੱਚ ਸ਼ਕਤੀ ਨਹੀਂ ਸੀ ਵੇਲ ਮੱਛੀ ਤੇ ਚੜ੍ਹਨ ਦੀ। ਉਹ ਤੇ ਵੇਲ ਮੱਛੀ ਤੇ ਚੜ੍ਹੇ ਫਿਰਦੇ, ਦੋ ਜਾਣੇ ਚੜ੍ਹ ਕੇ ਛਾਲਾਂ ਮਰਵਾਉਂਦੇ ਨੇ। ਸਾਡੇ ਗੁਰੂ 'ਚ ਸ਼ਕਤੀ ਨਹੀਂ ਸੀ ਹੈਗੀ। ਨਹੀਂ, ਇਹ ਸਾਡੀ ਭੁੱਲ ਹੈ। ਸਾਡਾ ਗੁਰੂ ਸਤਿਗੁਰੂ ਨਾਨਕ ਦੇਵ ਅਕਾਲ ਪੁਰਖ ਆਪ ਨਿਰੰਕਾਰ ਆਇਆ ਸੀ, ਕਰ ਤਾਰਨ ਨਾਨਕ ਆਇਆ। ਇਸ ਕਰਕੇ ਕੋਈ ਸ਼ਕਤੀਆਂ ਦੀ ਕਮੀ ਨਹੀਂ ਸੀ। ਆਪਣੀ ਇੱਛਾ ਉਹਨਾਂ ਦੀ ਸ਼ਕਤੀ ਵਰਤਨ ਜਾਂ ਨਾ ਵਰਤਨ। ਜੇ ਇਹ ਸਾਰਾ ਕੁਝ ਝੂਠ ਹੈ, ਫਿਰ ਭਾਈ ਗੁਰਦਾਸ ਜੀ ਦੀ ਬਾਣੀ ਉਹ ਵੀ ਝੂਠ ਹੀ ਹੈ, ਜਿਹਦੇ ਵਿੱਚ ਲਿਖਿਆ ਕਿ ਬਾਬੇ ਨੇ ਮੱਕਾ ਫੇਰਿਆ। ਸਾਧ ਸੰਗਤ ਜੀ, ਇਹ ਤਾਂ ਭਾਈ ਗੁਰਦਾਸ ਜੀ ਦਾ ਲਿਖਿਆ ਹੈ। ਸੰਖੇਪ ਵਿੱਚ ਮੈਂ ਆਪ ਜੀ ਨੂੰ ਇੱਕ ਹੋਰ ਪੁੱਛਦਾ, ਸਾਡੇ ਵਿੱਚੋਂ ਅੱਜ ਕੱਲ੍ਹ ਬਹੁਤ ਸਾਰੇ ਸਿੱਖ ਭਰਾ, ਬੁੱਧੀਜੀਵੀਆਂ ਦੀ ਬਾਤ ਹੀ ਕਿਹਾ ਹੈ, ਉਹਨਾਂ ਦੇ ਮੰਨਣ ਅੰਦਰ ਨਹੀਂ ਆਉਂਦਾ ਕਿ ਸਾਡੇ ਸੱਚੇ ਪਾਤਸ਼ਾਹ ਨੇ ਕੋਈ ਪਰਲੌਕਿਕ ਸ਼ਕਤੀ ਵਿਖਾਈ, ਅਤੇ ਉਹਨਾਂ ਦੇ ਮੰਨਣ ਅੰਦਰ ਇਹ ਆ ਹੀ ਨਹੀਂ ਸਕਦਾ ਕਿ ਜੋ ਕੁਝ ਗੁਰਬਾਣੀ ਵਿੱਚ ਲਿਖਿਆ ਉਹ ਸੱਚ ਹੈ। ਪਰ ਮੱਥਾ ਉਹਨਾਂ ਨੇ ਜ਼ਰੂਰ ਟੇਕਣਾ ਕਰੋੜ ਕਰੋੜ ਕੇ, ਮੰਨਣਾ ਨਹੀਂ ਹੈਗਾ। ਆਪਾਂ ਗੁਰਬਾਣੀ ਵਿੱਚ ਲਿਖਿਆ ਹੈ ਕਿ ਗਰੜ ਚੜੇ ਗੋਬਿੰਦ ਆਇਲਾ, ਤੇ ਨਾਮੇ ਦਾ ਦਿਉਰਾ ਫੇਰ ਦਿੱਤਾ। ਗਰੜ ਤੇ ਚੜ ਕੇ ਭਗਵਾਨ ਵਿਸ਼ਨੂੰ ਜੀ ਆ ਗਏ। ਔਰ ਨਰਸਿੰਘ ਅਵਤਾਰ ਦਾ ਲਿਖਿਆ ਹੋਇਆ ਅਸਲ ਦੀ ਵਾਰ 'ਚ ਆਪਾਂ ਰੋਜ਼ ਸੁਣਦੇ ਆ ਕਿ ਹਰਨਾਕਸ਼ ਦੈਤ ਹਰ ਮਾਰਿਆ। ਨਰਸਿੰਘ ਕੌਣ ਸੀ? ਨਰਸਿੰਘ ਭਗਵਾਨ ਵਿਸ਼ਨੂੰ ਦਾ ਅਵਤਾਰ ਸੀ। ਉਹਦੇ ਚੌਥੇ ਪਾਤਸ਼ਾਹ ਦਾ ਲਿਖਿਆ, ਕਿਸੇ ਭਗਤ ਦਾ ਨਹੀਂ ਲਿਖਿਆ ਹੋਇਆ। ਫਿਰ ਇਹ ਸਾਰਾ ਮਿਥਿਆਸ ਹੀ ਹੈ, ਇਹ ਝੂਠ ਹੀ ਹੈ। ਫਿਰ ਆਪਾਂ ਐਵੇਂ ਹੀ ਮੱਥਾ ਟੇਕੀ ਜਾਂਦੇ ਆ, ਐਵੇਂ ਹੀ ਪੜ੍ਹੀ ਜਾਂਦੇ ਆ ਇਹਨੂੰ। ਨਹੀਂ, ਇਹ ਝੂਠ ਨਹੀਂ ਹੈਗਾ, ਪੂਰਨ ਸੱਤ ਹੈ ਜੋ ਸੱਚੇ ਪਾਤਸ਼ਾਹ ਨੇ ਗੁਰਬਾਣੀ ਵਿੱਚ ਦਰਜ ਕਰ ਦਿੱਤਾ। ਭਾਵੇਂ ਭਗਤਾਂ ਦਾ ਲਿਖਿਆ ਸੀ, ਉਹਨਾਂ ਦੀ ਰਚਨਾ ਦਾ ਤੇ ਝੂਠ ਹੋ ਹੀ ਨਹੀਂ ਸਕਦਾ। ਇਸ ਕਰਕੇ ਪੂਰਨ ਸੱਤ ਹੈ। ਅਤੇ ਸਾਨੂੰ ਸਿੱਖਾਂ ਨੂੰ ਇਹ ਵੀ ਸੋਚਣ ਦੀ ਲੋੜ ਹੈ, ਜੇ ਬਾਬਾ ਦੀਪ ਸਿੰਘ ਜੀ ਬਿਨਾਂ ਸੀਸ ਤੋਂ ਲੜ ਸਕਦੇ ਨੇ, ਉਹ ਕੀ ਹੈ? ਜੇ ਬਾਬਾ ਦੀਪ ਸਿੰਘ ਜੀ ਇੰਨੀ ਦੂਰੋਂ ਆਪਣਾ ਸੀਸ ਹਰਿਮੰਦਰ ਸਾਹਿਬ ਸੁੱਟ ਸਕਦੇ ਨੇ, ਕੀ ਉਹ ਪਰਲੌਕਿਕ ਸ਼ਕਤੀ ਨਹੀਂ ਹੈਗੀ? ਅਸੀਂ ਨਾਮਧਾਰੀ ਪੰਥ ਪੂਰਨ ਵਿਸ਼ਵਾਸ ਕਰਦੇ ਹਾਂ ਕਿ ਬਾਬਾ ਜੀ ਦੇ ਵਿੱਚ ਸੱਚੇ ਪਾਤਸ਼ਾਹ ਦੀ ਦਿੱਤੀ ਸ਼ਕਤੀ ਹੈਗੀ ਸੀ, ਪਰਲੌਕਿਕ ਸ਼ਕਤੀਆਂ ਹੈਗੀਆਂ ਨੇ। ਇਹ ਵੱਖਰੀ ਗੱਲ ਹੈ, ਕਿਸੇ ਵੇਲੇ ਕੋਈ ਵਿਦਿਆ ਲੁਪਤ ਹੋ ਜਾਂਦੀ ਹੈ, ਕੋਈ ਪ੍ਰਤੱਖ ਹੋ ਜਾਂਦੀ ਹੈ, ਕਿਸੇ 'ਚ ਹੈਗੀ ਹੈ ਜਾਂ ਨਹੀਂ ਹੈਗੀ, ਕੋਈ ਵਿਖਾਉਂਦਾ ਨਹੀਂ ਵਿਖਾਉਂਦਾ, ਵੱਖਰੀ ਗੱਲ ਹੈ। ਪਰ ਜੋ ਗੁਰਬਾਣੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੱਚੇ ਪਾਤਸ਼ਾਹ ਨੇ ਅੰਕਿਤ ਕਰ ਦਿੱਤਾ ਹੈ, ਉਹ ਅੱਖਰ ਅੱਖਰ ਸੱਚ ਹੈ, ਉਹ ਝੂਠ ਨਹੀਂ ਹੈਗਾ। ਸੋ ਸਾਧ ਸੰਗਤ ਜੀ, ਇਹ ਆਪ ਜੀ ਨੇ ਸੁਣ ਲਿਆ, ਜਿਉ ਜਿਉ ਨਾਮਾ ਹਰ ਗੁਣ ਉਚਰੈ, ਤਿਉ ਤਿਉ ਭਗਤ ਜਨਾਂ ਕਾ ਦਿਉਰਾ ਫਿਰੈ। ਉਹ ਕਿਹੜਾ ਰੋਟੇਟਰ, ਕਿਹੜੀ ਮਸ਼ੀਨ ਉਹ ਦਿਉਰੇ ਦੇ ਥੱਲੇ ਲੱਗੀ ਸੀ ਜਿਹੜੀ ਘੁੰਮਦੀ ਜਾਂਦੀ ਸੀ? ਹਰ ਨਾਮਾ ਹਰ ਗੁਣ, ਨਾਮਾ ਹਰੀ ਦਾ ਗੁਣ ਉਚਰਦਾ ਤੇ ਉਹਦੇ ਨਾਲ ਦਿਉਰਾ ਹੀ ਫਿਰਦਾ ਜਾਂਦਾ।
ਇਹ ਅਜੇ ਕਰਾਮਾਤ ਹੀ ਨਹੀਂ ਹੈਗੀ। ਜੇ ਇਹ ਗੱਲਾਂ ਨੇ ਫਿਰ ਅਸੀਂ ਗੁਰਦੁਆਰਿਆਂ ਵਿੱਚ ਮੱਥਾ ਟੇਕਣ ਆਪਣੀਆਂ ਭਾਵਨਾਵਾਂ ਕਾਹਦੇ ਲਈ ਲੈ ਕੇ ਜਾਂਦੇ ਆ? ਸੱਚੇ ਪਾਤਸ਼ਾਹ ਨੇ ਚਰਨ ਪਾਇਆ, 8ਵੇਂ ਪਾਤਸ਼ਾਹ ਨੇ ਬੰਗਲਾ ਸਾਹਿਬ, ਉੱਥੇ ਜਾ ਕੇ ਸਰੋਵਰ ਤੇ ਲੋਕਾਂ ਦੀਆਂ ਮੰਨਤਾਂ ਪੂਰੀਆਂ ਹੁੰਦੀਆਂ ਨੇ। ਇਹ ਕੀ ਹੈ? ਸੋ ਇਹ ਸਾਰੀਆਂ ਗੱਲਾਂ ਕਰਨ ਦਾ ਅਰਥ ਕੀ ਹੈ ਕਿ ਅੱਜ ਦਾ ਦਿਨ ਸੱਚੇ ਪਾਤਸ਼ਾਹ 10ਵੇਂ ਪਾਤਸ਼ਾਹ ਨੇ ਸਾਨੂੰ ਸਵੈਮਾਨ ਦਿੱਤਾ ਹੈ, ਆਤਮ ਸਨਮਾਨ। ਕਿਉਂਕਿ ਸਾਡੇ ਵਿੱਚ ਉਸ ਸਮੇਂ ਭਾਰਤੀਆਂ ਵਿੱਚ ਹੀਨ ਭਾਵਨਾ ਆ ਚੁੱਕੀ ਸੀ। ਅਸੀਂ ਮੁਸਲਮਾਨਾਂ ਨੂੰ ਸੁਪੀਰੀਅਰ, ਉਹਨਾਂ ਨੂੰ ਆਪਣੇ ਨਾਲੋਂ ਚੰਗੇ ਸਮਝਦੇ ਸਾਂ, ਤਗੜੇ ਸਮਝਦੇ ਸਾਂ। ਸਾਡੇ 'ਚ ਹੀਨ ਭਾਵਨਾ ਸੀ। ਸੱਚੇ ਪਾਤਸ਼ਾਹ ਨੇ ਆਖਿਆ ਨਹੀਂ, ਤੁਸੀਂ ਸ਼ੇਰ ਹੋ। ਜਿਵੇਂ ਬੀਬੀ ਪਰਮਿੰਦਰ ਕੌਰ ਖਾਲਸਾ ਜੀ ਦੇ ਜਥੇ ਨੇ ਬੜਾ ਸੁੰਦਰ ਪ੍ਰਸੰਗ ਸੁਣਾਇਆ ਕਿ ਕਿਸ ਤਰ੍ਹਾਂ ਸ਼ੇਰ ਗੱਜਦੇ ਨੇ। ਸੋ ਇਹ ਕਿਰਪਾ ਕੀਤੀ, ਸਾਨੂੰ ਸਵੈਮਾਨ ਬਖਸ਼ਿਆ। ਅੱਜ ਸਾਨੂੰ ਫੇਰ ਵਿਚਾਰਨ ਦੀ ਲੋੜ ਹੈ ਕਿ ਜਿਸ ਪਾਤਸ਼ਾਹ ਨੇ ਇਹ ਕਿਰਪਾ ਕੀਤੀ, ਉਹਦੀ ਦਿੱਤੀ ਚੀਜ਼ ਅੱਜ ਆਪਾਂ ਸਾਰੇ ਭਾਰਤ ਵਾਸੀ ਭੁੱਲ ਗਏ ਆ। ਕਿਉਂਕਿ ਮੁਸਲਮਾਨਾਂ ਦੇ ਹਮਲੇ ਸਾਡੇ ਤੇ ਸਿੱਧੇ ਸੀ ਤੇ ਈਸਾਈਆਂ ਦੇ ਹਮਲੇ ਸਾਡੇ ਤੇ ਟੇਢੇ ਨੇ, ਉਹਨਾਂ ਦਾ ਪਤਾ ਨਹੀਂ ਲੱਗਦਾ ਪਿਆ। ਮੁਸਲਮਾਨਾਂ ਨੂੰ ਅਸੀਂ ਇਹ ਸਮਝਦੇ ਹਾਂ ਕਿ ਇੱਕ ਵੱਖਰਾ ਪੰਥ ਸੀ, ਇੱਕ ਵੱਖਰਾ ਧਰਮ ਸੀ, ਜਿਨ੍ਹਾਂ ਨੇ ਸਾਡੇ ਉੱਤੇ ਹਮਲਾ ਕੀਤਾ, ਸਾਡੇ ਸਿਰਾਂ ਦੇ ਮੁੱਲ ਪਾਏ, ਸਾਨੂੰ ਤੰਗ ਕੀਤਾ। ਪਰ ਜਿਸ ਢੰਗ ਨਾਲ ਅੰਗਰੇਜ਼ਾਂ ਨੇ ਅਤੇ ਉਹਨਾਂ ਦੇ ਪੰਥ ਈਸਾਈਆਂ ਨੇ ਸਾਡੇ ਤੇ ਹਮਲਾ ਕੀਤਾ, ਉਹਨਾਂ ਨੇ ਤਾਂ ਸਾਡਾ ਮਨ ਹੀ ਧੋ ਕੇ ਸਾਡੇ ਵਿਚਾਰ ਹੀ ਬਦਲ ਕੇ ਰੱਖ ਦਿੱਤੇ ਨੇ। ਇਸ ਕਰਕੇ ਸਵੈਮਾਨ ਲਿਆਉਣ ਦੀ ਲੋੜ ਹੈ। 10ਵੇਂ ਪਾਤਸ਼ਾਹ ਨੂੰ ਯਾਦ, ਸਵੈਮਾਨ ਲਿਆਓ। ਅਸੀਂ ਭਾਰਤ ਵਾਸੀ ਹਾਂ। ਸਾਧ ਸੰਗਤ ਜੀ, ਆਓ ਅੱਜ ਜਰਾ ਸੋਚੋ ਸਾਡੇ 'ਚ ਹੀਨ ਭਾਵਨਾ ਕਿੰਨੀ ਕੁ ਆ ਚੁੱਕੀ ਹੈ। ਅੱਜ ਸਾਨੂੰ ਸੰਮਤ 2072 ਦਾ ਨਹੀਂ ਪਤਾ, ਸਾਨੂੰ ਨਾਨਕਸ਼ਾਹੀ ਸੰਮਤ ਦਾ ਨਹੀਂ ਪਤਾ, ਪਰ ਸਾਨੂੰ ਸਨ 2015 ਦਾ ਪਤਾ। ਕੀ ਗੱਲ ਹੈ? ਅਸੀਂ ਹਜ਼ਰਤ ਈਸਾ ਦੇ ਚੇਲੇ ਆ। ਮੈਂ ਕਿਸੇ ਪੰਥ ਵਾਸਤੇ, ਕਿਸੇ ਪੰਥ ਦੇ ਵਿਰੋਧ 'ਚ ਨਹੀਂ ਕੋਈ ਗੱਲ ਕਰ ਰਿਹਾ, ਪਰ ਮੈਂ ਆਪਣੀ ਸਵੈ ਰੱਖਿਆ, ਮੈਂ ਆਪਣੇ ਪੰਥ ਦੀ ਰੱਖਿਆ ਦੀ, ਮੈਂ ਆਪਣੇ ਦੇਸ਼ ਦੀ ਰੱਖਿਆ ਦੀ ਗੱਲ ਕਰ ਰਿਹਾ। ਜੇ ਸਾਡੇ ਵਿੱਚ ਸਵੈਮਾਨ ਹੋਏਗਾ, ਸਾਨੂੰ ਤਾਂ ਹੀ ਧਿਆਨ ਰਹੇਗਾ ਕਿ ਸਾਡਾ ਦੇਸ਼, ਸਾਡਾ ਪੰਥ ਕੀ ਹੈ। ਇਸ ਵਾਸਤੇ ਸਾਨੂੰ ਇਹ ਯਾਦ ਕਰਨ ਦੀ ਲੋੜ ਹੈ। ਪਹਿਲਾਂ ਤਾਂ ਇਹ ਸੋਚੀਏ ਕਿ ਸਾਡੇ ਵਿੱਚ ਹੀਨ ਭਾਵਨਾ ਕਿੰਨੀ ਕੁ ਆ ਚੁੱਕੀ ਹੈ, ਕਿਉਂ ਆ ਗਈ ਹੈ। ਮੁਸਲਮਾਨਾਂ ਦੇ ਹੁੰਦਿਆਂ ਇੰਨੀ ਨਹੀਂ ਸੀ ਹੈਗੀ, ਹੁਣ ਕਿਉਂ ਹੋ ਗਈ ਹੈ? ਕਿਉਂਕਿ ਹੁਣ ਸਾਡਾ ਬ੍ਰੇਨ ਵਾਸ਼ ਕੀਤਾ ਗਿਆ। ਮਾਰੀ ਪਿਚਕਾਰੀ ਇੱਕ ਕੰਨ ਥਾਈ ਦੂਜੇ ਕੰਨ ਥਾਈ, ਸਾਰੀਆਂ ਅਕਲ ਦੀਆਂ ਗੱਲਾਂ ਕੱਢ ਕੇ ਬਾਹਰ। ਆਪਾਂ ਨੂੰ, ਸਾਨੂੰ ਕਿਸੇ ਦੇਸੀ ਮਹੀਨੇ ਦਾ ਨਹੀਂ ਪਤਾ। ਸੰਗਰਾਂਦ ਵੇਲੇ ਕੜਾਹ ਪ੍ਰਸ਼ਾਦ ਛਕਣਾ ਹੋਵੇ, ਜ਼ਰੂਰ ਗੁਰਦੁਆਰੇ ਚਲੇ ਜਾਈਦਾ। ਕਿਉਂਕਿ ਇੱਕ ਕਵੀ ਨੇ ਲਿਖਿਆ, ਖਿਚੜੀ ਦੇਵ ਲੋਕ ਤੋਂ ਆਈ, ਖਿਚੜੀ ਦੇਵ ਲੋਕ ਤੋਂ ਆਈ, खीर की महिमा कहन न जाई। कुणका संतन को सुखदाई, कुणका संतन को सुखदाई, जीव ना हिले मुंह ना हिले आपे ही लंघ जाई। सो इस करके आपां संगरांद वेले चले जाने आ। तरीक दा सानू नहीं पता, साडे माता पिता दा नाम मम्मी डैडी हो गया, सानू साडे चाए, साडे चाचे ताए मामियां मामे सब बदल के अंकल आंटी हो गए। वैसे रहे असी भारती हाँ, हैगे असी सिख ही हाँ। अज साडे सिखां दे बच्चे, उन्हां नूं पंजाबी नहीं आउंदी, भाईयां दे बच्चिआं नूं आउंदी है। हैगे असी सिख ही हाँ, क्योंकि असी केस दाड़ी रख लेनी। सानू ये ध्यान होना चाहिए, सिक्खी बाहरले स्वरूप नाल नहीं, सिक्खी अंदरले स्वरूप नाल है। जिहदा जी करे गुरबाणी पढ़ के देख लो। ठीक है, बाहरले स्वरूप की महत्ता अपने थां ते हैगी है, पर बहुत थोड़ी है। सिक्खी शरधा नाल है। सिक्खी सिक्ख्या गुर विचार, गुरु की सिक्ख्या नूं विचार के मनन नाल सिक्खी है। नहीं तो बड़े पादरी वो केस दाड़ी रखते ने, बड़े चीने ने वो रखते ने। सो आपां नूं सोचण दी लोड़ है, जे पंजाबी ना आएगी गुरबाणी किवें पढ़ांगे। साडे विच अज ये एक होर चीज़ आ गई है कि असीं बहुत भ्रष्ट हां। साडे देश च बड़ी रिश्वतखोरी है, बड़े भ्रष्ट। गल तो ठीक है, पर सोचण दी लोड़ है कि कित्थे नहीं हैगी।
ਕਹਿੰਦੇ ਨੇ ਨਹਿਰੂ ਜੀ ਨੂੰ ਕਿਸੇ ਨੇ ਆਖਿਆ ਸੀ ਕਿ ਦੇਸ਼ ਦੇ ਵਿੱਚ ਰਿਸ਼ਵਤਖੋਰੀ ਬੜੀ ਹੈ, ਬੜੀ ਰਿਸ਼ਵਤ ਲੈਂਦੇ ਨੇ ਲੋਕ। ਉਹਨਾਂ ਨੇ ਆਖਿਆ ਪੈਸਾ ਕਿੱਥੇ ਜਾਂਦਾ ਹੈ? ਇਹ ਜੀ ਪੈਸਾ ਤੇ ਉਹਨਾਂ ਦੀ ਜੇਬ 'ਚ ਹੀ ਜਾਂਦਾ ਨਾ। ਉਹਨਾਂ ਨੇ ਆਖਿਆ ਰਹਿੰਦਾ ਹਿੰਦੁਸਤਾਨ 'ਚ ਹੀ ਹੈ ਕਿ ਬਾਹਰ ਜਾਂਦਾ? ਕਿ ਹਿੰਦੁਸਤਾਨ 'ਚ ਹੀ ਹੈ। ਫਿਰ ਕੋਈ ਗੱਲ ਨਹੀਂ। ਸੋ ਇਹ ਗੱਲ ਤਾਂ ਠੀਕ ਹੈ ਕਿ ਰਿਸ਼ਵਤਖੋਰੀ ਭ੍ਰਿਸ਼ਟਾਚਾਰ ਨਹੀਂ ਹੋਣਾ ਚਾਹੀਦਾ, ਪਰ ਇੱਥੇ ਵੀ ਦੋ ਚੀਜ਼ਾਂ ਨੇ ਕਿ ਅਸੀਂ ਭੈੜੇ ਆ, ਇਸ ਕਰਕੇ ਅਸੀਂ ਤਾਂ ਬਹੁਤ ਭੈੜੇ ਆ ਕਿਉਂਕਿ ਅਸੀਂ ਭ੍ਰਿਸ਼ਟ ਹਾਂ। ਜਾਂ ਇਹ ਵੱਖਰੀ ਚੀਜ਼ ਹੈ ਕਿ ਸਾਡੇ ਵਿੱਚ ਕੁਝ ਕਮੀਆਂ ਨੇ, ਕੁਝ ਔਗੁਣ ਨੇ, ਕੁਝ ਭ੍ਰਿਸ਼ਟਾਚਾਰ ਹੈ, ਸਾਨੂੰ ਉਹ ਕੱਢਣਾ ਚਾਹੀਦਾ। ਦੋ ਗੱਲਾਂ ਵੱਖੋ ਵੱਖ ਨੇ। ਸਾਡੇ ਘਰ ਦੇ ਵਿੱਚ ਕੂੜਾ ਤੇ ਉਹ ਹੋਏ ਤੇ ਘਰ ਬਹੁਤ ਗੰਦਾ ਹੈ, ਘਰ ਛੱਡ ਦੇਣਾ ਚਾਹੀਦਾ ਹੈ। ਦੂਸਰੀ ਗੱਲ ਹੈ ਕਿ ਸਾਡੇ ਘਰ 'ਚ ਕੂੜਾ ਖਿਲ ਰਿਹਾ, ਉਹਨੂੰ ਸਫਾਈ ਕਰਕੇ ਘਰ ਨੂੰ ਸਾਫ਼ ਸੁੰਦਰ ਬਣਾਉਣਾ ਤੇ ਅੱਗੇ ਨੂੰ ਵਧੀਆ ਬਣਾਉਣਾ। ਇਸੇ ਤਰ੍ਹਾਂ ਸਾਨੂੰ ਸਵੈ ਮਾਣ ਲਿਆਉਣ ਦੀ ਲੋੜ ਹੈ। ਆਤਮ ਸਨਮਾਨ ਬਿਨਾਂ ਗੱਲ ਨਹੀਂ ਬਣਦੀ। ਮੈਂ ਫੇਰ ਕਹਿ ਰਿਹਾ, ਮੈਂ ਕਿਸੇ ਪੰਥ, ਕਿਸੇ ਦੇਸ਼ ਦੇ ਵਿਰੋਧ ਵਿੱਚ ਕੁਝ ਨਹੀਂ ਕਹਿ ਰਿਹਾ, ਪਰ ਜੇ ਆਪਣਾ ਆਤਮ ਸਨਮਾਨ ਬਹਾਲ ਕਰਨ ਲਈ ਮੈਨੂੰ ਕੁਝ ਕਹਿਣਾ ਪਵੇ, ਉਹਦੇ 'ਚ ਕੋਈ ਗਲਤੀ ਨਹੀਂ। ਆਓ ਜਰਾ ਵੇਖੋ ਬਾਕੀ ਦੇ ਦੇਸ਼ ਜਿਹੜੇ ਨੇ ਉਹ ਕਿੰਨੇ ਕੁ ਚੰਗੇ ਨੇ ਸਾਡੇ ਨਾਲੋਂ। ਭ੍ਰਿਸ਼ਟ ਆਚਾਰ, ਮਾੜਾ ਆਚਰਣ। ਭ੍ਰਿਸ਼ਟ ਆਚਾਰ ਦਾ ਮਤਲਬ ਸਿਰਫ ਇਹ ਨਹੀਂ ਕਿ 10 ਰੁਪਏ ਲੈ ਕੇ ਜੇਬ 'ਚ ਪਾ ਲਏ ਤੇ ਸਿਰਫ ਉਹ ਹੀ ਭ੍ਰਿਸ਼ਟਾਚਾਰ ਹੈ। ਕੋਈ ਵੀ ਮਾੜਾ ਆਚਾਰ ਉਹ ਭ੍ਰਿਸ਼ਟਾਚਾਰ ਹੈ। ਗੱਲ ਫਰਕ ਇੰਨਾ ਹੀ ਹੈ ਕਿ ਸਾਡੇ ਦੇਸ਼ ਦੇ ਵਿੱਚ ਗਰੀਬੀ ਹੈ, ਅਸੀਂ ਉਹਨੇ ਚਲਾਕ ਨਹੀਂ ਜਿੰਨੇ ਵਿਦੇਸ਼ੀ ਚਲਾਕ ਨੇ। ਉਹ ਬਹੁਤ ਸੁਚੱਜੇ ਢੰਗ ਨਾਲ ਕੰਮ ਕਰਦੇ ਨੇ। ਉਹ ਵੱਡੇ ਵੱਡੇ ਤੇਲ ਦੇ ਖੂਹਾਂ ਤੇ ਜਾ ਕੇ ਕਬਜ਼ਾ ਕਰਦੇ ਨੇ, ਇਹ ਕਹਿ ਕੇ ਕਿ ਇਰਾਕ ਦੇ ਵਿੱਚ ਜੀਵਾਣੂ ਬੰਬ ਨੇ, ਇਹ ਕਹਿ ਕੇ ਉੱਥੇ ਹਮਲਾ ਕਰਕੇ ਉੱਥੋਂ ਦੇ ਤੇਲ ਦੇ ਖੂਹਾਂ ਤੇ ਕਬਜ਼ਾ ਕਰਦੇ ਨੇ। ਉਹ ਇੱਕ ਬੜਾ ਸੁਚੱਜਾ ਤਰੀਕਾ ਹੈ, ਪਰ ਉਹਨੂੰ ਅਸੀਂ ਭ੍ਰਿਸ਼ਟਾਚਾਰ ਨਹੀਂ ਕਹਿੰਦੇ। ਇਸੇ ਤਰ੍ਹਾਂ ਆਪ ਜੀ ਨੂੰ ਇਹ ਨਹੀਂ ਪਤਾ ਕਿ ਇੰਗਲੈਂਡ, ਅਮਰੀਕਾ, ਕੈਨੇਡਾ ਤੇ ਆਸਟ੍ਰੇਲੀਆ, ਚੌਹਾਂ ਦੇਸ਼ਾਂ ਦੇ ਵਿੱਚ ਜਿੱਥੇ ਜਿੱਥੇ ਮੁੱਖ ਰੂਪ 'ਚ ਅੰਗਰੇਜ਼ਾਂ ਦਾ ਰਾਜ ਹੋਇਆ, ਇਹਨਾਂ ਚੌਹਾਂ ਦੇਸ਼ਾਂ ਦੇ ਵਿੱਚ ਪ੍ਰਾਈਵੇਟ ਜੇਲ੍ਹਾਂ ਨੇ। ਪ੍ਰਾਈਵੇਟ ਜੇਲ੍ਹ ਦਾ ਕੀ ਮਤਲਬ ਹੋਇਆ? ਜੇਲ੍ਹ ਤੇ ਸੁਧਾਰ ਘਰ ਹੈ। ਜਿਵੇਂ ਸਾਡੇ ਦੇਸ਼ 'ਚ ਕਿਸੇ ਨੇ ਗਲਤੀ ਕੀਤੀ, ਉਹਨੂੰ ਅੰਦਰ ਭੇਜਿਆ ਗਿਆ ਤੇ ਅੱਗੋਂ ਨੂੰ ਉੱਥੇ ਉਹਨੂੰ ਕੰਮ ਸਿਖਾਇਆ ਜਾਂਦਾ ਕਿ ਭਾਈ ਭਲਾ ਪੁਰਸ਼ ਜਾ ਕੇ ਬਾਹਰ ਬਣ ਕੇ ਚੰਗੇ ਕਰਮ ਕਰ। ਉੱਥੇ ਉਹਨਾਂ ਤੋਂ ਕੰਮ ਕਰਵਾ ਕੇ ਉਹਨਾਂ ਦੀ ਆਮਦਨ ਪ੍ਰਾਈਵੇਟ ਕੰਪਨੀਆਂ ਖਾਂਦੀਆਂ ਨੇ ਤੇ ਉਹ ਪ੍ਰਾਈਵੇਟ ਕੰਪਨੀਆਂ ਜਿਹੜੀਆਂ ਨੇ, ਵੱਡੀਆਂ ਵੱਡੀਆਂ ਕਾਰਪੋਰੇਸ਼ਨਾਂ ਨੇ, ਉਹਨਾਂ ਦੀ ਆਮਦਨ ਨਾਲ ਸਿਆਸੀ ਪਾਰਟੀਆਂ ਚੱਲਦੀਆਂ। ਇਹ ਭ੍ਰਿਸ਼ਟਾਚਾਰ ਨਹੀਂ ਹੈਗਾ? ਇਹ ਕਿਉਂ ਭ੍ਰਿਸ਼ਟਾਚਾਰ ਨਹੀਂ? ਸਾਡੇ ਦੇਸ਼ ਦੇ ਵਿੱਚ 1966 ਵਿੱਚ ਇੰਦਰਾ ਗਾਂਧੀ ਜੀ ਪ੍ਰਧਾਨ ਮੰਤਰੀ ਬਣੇ ਸੀ। ਸਨ 94 ਤੱਕ ਸਵਿਟਜ਼ਰਲੈਂਡ ਵਿੱਚ ਇਸਤਰੀਆਂ ਨੂੰ ਵੋਟਾਂ ਪਾਉਣ ਦਾ ਹੀ ਹੱਕ ਨਹੀਂ ਸੀ ਹੈਗਾ। ਕੀ ਸਾਡਾ ਦੇਸ਼ ਕਿਸੇ ਨਾਲੋਂ ਪਿੱਛੇ ਹੈਗਾ? ਸਾਡੇ ਦੇਸ਼ ਵਿੱਚ ਮੁਸਲਮਾਨ, ਸਿੱਖ, ਹਿੰਦੂ ਸਾਰੇ ਰਾਸ਼ਟਰਪਤੀ ਬਣ ਚੁੱਕੇ ਨੇ। ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ ਬਣ ਚੁੱਕੇ ਨੇ। ਜਨਰਲ ਜੇ ਸਿੰਘ, ਜਨਰਲ ਬਿਕਰਮ ਸਿੰਘ, ਇਹ ਵੀ ਫੌਜਾਂ ਦੇ ਵੱਡੇ ਜਰਨੈਲ ਰਹਿ ਚੁੱਕੇ ਨੇ। ਇਹ ਕੇਸਾਧਾਰੀ ਸਿੱਖ ਨੇ, ਹਾਲਾਂਕਿ ਜਿਹੜੇ ਕੇਸ ਰਹਿਤ ਸਿੱਖ ਤੇ ਹੋਰ ਬੜੇ ਹੋ ਚੁੱਕੇ ਨੇ। ਸੁਪਰੀਮ ਕੋਰਟ ਦੇ ਚੀਫ ਜਸਟਿਸ ਹੋ ਚੁੱਕੇ ਨੇ। ਕੀ ਇਸ ਤਰ੍ਹਾਂ ਦਾ ਕੁਝ ਬਾਕੀ ਦੇਸ਼ਾਂ ਵਿੱਚ ਵੀ ਹੈਗਾ? ਉਹਨਾਂ 'ਚ ਕਿੰਨਾ ਭੇਦਭਾਵ ਹੈ? ਜਰਾ ਸੋਚ ਕੇ ਦੇਖੋ ਕਿ 200 ਸਾਲ ਹੋ ਗਿਆ ਅਮਰੀਕਾ ਨੂੰ ਸੁਤੰਤਰ ਹੋਇਆ। ਅੱਜ ਪਹਿਲੀ ਵਾਰੀ ਓਬਾਮਾ ਜੀ ਬਣੇ ਨੇ ਉੱਥੋਂ ਦੇ ਰਾਸ਼ਟਰਪਤੀ। ਹੁਣ ਤੱਕ ਕਿਉਂ ਨਹੀਂ ਬਣੇ? ਕੋਈ ਇਸਤਰੀ ਅਮਰੀਕਾ 'ਚ ਨਹੀਂ ਬਣ ਸਕੀ। ਇਸੇ ਤਰ੍ਹਾਂ ਬਾਕੀ ਦੇਸ਼ਾਂ ਵਿੱਚ ਸਾਡਾ ਦੇਸ਼ ਕਿਸੇ ਨਾਲੋਂ ਕਿਵੇਂ ਪਿੱਛੇ ਹੈ? ਇਹ ਸਾਡੇ ਮਨ ਦੇ ਵਿੱਚ ਇੱਕ ਇਸ ਤਰ੍ਹਾਂ ਦੀ ਗੱਲ ਬਿਠਾਈ ਗਈ ਹੈ ਕਿਉਂਕਿ ਸਾਨੂੰ ਇਸ ਗੱਲ ਦਾ ਪਤਾ ਹੀ ਨਹੀਂ ਲੱਗਦਾ ਕਿ ਸਾਡੇ ਦੇਸ਼ ਨੂੰ, ਸਾਡੇ ਪੰਥ ਨੂੰ, ਸਾਡੇ ਧਰਮ ਨੂੰ ਕਿਵੇਂ ਕਮਜ਼ੋਰ ਕੀਤਾ ਜਾ ਰਿਹਾ। ਹਰ ਵੱਡੀ ਸਰਕਾਰ ਆਪਣੇ ਵਿਰੋਧੀ ਦੇਸ਼ ਨੂੰ ਸਦਾ ਹੀ ਕਮਜ਼ੋਰ ਕਰਕੇ ਰੱਖਦੀ ਹੈ, ਉਹਨਾਂ ਨੂੰ ਸਥਿਰ ਨਹੀਂ ਹੋਣ ਦਿੰਦੀ। ਇਸੇ ਤਰ੍ਹਾਂ ਸਾਡੇ ਦੇਸ਼ ਨੂੰ ਵੀ ਕੀਤਾ ਗਿਆ ਹੈ, ਸਾਡੇ ਹਿੰਦੂ ਸਿੱਖ ਪੰਥ ਨੂੰ ਕੀਤਾ ਗਿਆ। ਜਿਹੜੇ ਅਸੀਂ ਮੂਲ ਵਸਿੰਦੇ ਹਾਂ ਭਾਰਤ ਵਰਸੀ, ਸਾਨੂੰ ਲੜਾਇਆ ਵੀ ਇਸੇ ਕਰਕੇ ਗਿਆ ਹੈ। ਜੇ ਆਪਾਂ ਧਿਆਨ ਨਾਲ ਦੇਖੀਏ, ਜਿੰਨਾ ਚਿਰ ਅੰਗਰੇਜ਼ ਨਹੀਂ ਸਨ ਆਏ ਉਹਨਾਂ ਚਿਰ ਹਿੰਦੂ ਤੇ ਮੁਸਲਮਾਨਾਂ ਦੇ ਦੰਗੇ ਨਹੀਂ ਸਨ ਹੋਏ। ਇਹ ਇੱਕ ਨਵੀਂ ਖੋਜ ਹੈ ਜੇ ਸੱਚ ਹੈ ਤਾਂ। ਇਹ ਵੀ ਉਹਨਾਂ ਨੇ ਆ ਕੇ ਦੰਗੇ ਕਰਵਾਏ ਅਤੇ ਹਿੰਦੂ ਸਿੱਖਾਂ ਦਾ ਪਾਠਕ ਤੇ ਪਿਆ ਹੀ 1905 ਵਿੱਚ। ਉਹ ਵੀ ਸਾਡੇ ਇੱਕ ਵੱਡੇ ਸਿੱਖ ਲਿਖਾਰੀ ਨੂੰ ਅੱਗੇ ਲਾ ਕੇ
अंग्रेज़ां ने करवाया मकालफ दे राहीं। उस तो बाद किताबां लिखियां गईयां हम हिंदू नहीं, हम हिंदू नहीं। सानू ये कहने की की लोड़ है कि हम हिंदू नहीं? कि साडा इसे ना गुजारा नहीं हुंदा कि असीं सिख हां? कोई स्त्री कोई पुरुष खलोता होए उन्होंने ये कहने की लोड़ हैगी है किसी स्त्री नूं कि मैं पुरुष नहीं, मैं पुरुष नहीं? नहीं, पता कि स्त्री है, बच्चे नूं जन्म स्त्री दे सकती है, पुरुष दे ही नहीं सकता। शरीर की बनतर वक्री है। इस ही तरह पुरुष नूं भी कहने की लोड़ नहीं। सानू ये कहने की की लोड़ है कि असीं हिंदू नहीं? सो सानू लड़ाया गया, इस वास्ते लड़ाया गया कि सिखां दे सामने अंग्रेज कंबदे सी। अते सिख पंथ आया कित्थों है? सिख पंथ हिंदुआं विचों बनिया है। सिख पंथ हिंदुआं विचों बनिया और हिंदुआं विच ही प्रफुल्लित हो सकता है। हुण अज असीं जो भेदभाव कर दिता आपस विच, मैनूं वेख के बड़ी हैरानी हुई। दिवाली समय मैं कनेडा गुरुद्वारे विच गया, उत्थे लिख के लाया सी कि असीं दिवाली मना रहे हैं, पर इस दिवाली का रामचंद्र जी नाल कोई तलक नहीं। सानू ये कहने की की लोड़ है? साडे वास्ते इन्हें ना गुजारा नहीं हुंदा कि 6वें पातशाह का दिन मना रहे हैं। भाव असीं हिंदुआं नालों वखरे होना ही, हिंदुआं का विरोध करना ही करना है। सिर्फ इस वास्ते उहदे नाल पंथ जिन्ना मर्जी घट जाए सानू कोई मतलब नहीं। सरसे विच एक बारी कुछ नेतावां ने हिंदू सिखां की लड़ाई करवाई। उस समय ते कुछ मोने जां जिन्हां नूं असीं हिंदू कहने आ, उन्होंने सिखां दीयां दुकानां अगे खलो के बिना किसी रिश्तेदारी तो अपनी जान ते खेड़ के उन्हां दीयां दुकानां बचाईयां। इस तरह सिखां ने हिंदुआं दीयां बचाईयां। पर साडे नेतावां नूं उन्ना चिर प्रशादा पानी वधिया हजम नहीं हुंदा जिन्ना चिर असीं लड़ा ना लईए। दुख की गल है कि असीं अपना पंथ घटाउण लगे होए आ। ये पता नहीं पिछों सानू कोई इस काम लई माया मिलती है जां साडी अपनी सोच ही इन्नी घट गई है कि असीं पंथ वास्ते क्यों नहीं सोचते। साध संगत जी, जिस रुख दे पत्ते सुकने शुरू हो जाण ते नवे ना उगण, किन्ने दिन हरा रहेगा? किन्ने दिन हरा रहेगा? अज साडे सिखां दी गिनती दिनों दिन घट रही है, हिंदुआं दी भी घट रही है, ते नवे नहीं बन रहे। आपां की सोचते हैं? आपां इंग्लैंड दे विच 300 गुरुद्वारा बना लिया जाके, पर 300 सिख नहीं सजाए। ये की है? खालसे अगे पंथ वधाउणा कोई वड्डी गल नहीं, पर खालसे की सोच इस पासे नहीं। सोच इस पासे है कि वधिया तो वधिया गुरुद्वारे बनाने ने, वधिया तो वधिया मंदिर बनाने ने हिंदुआं ने, और इत्थे महंगे तो महंगा समान लाउणा है। इत्थों तक कि निरे पत्थर ते नहीं आपां रहना, आपां उहदे ते सोना चांदी जो भी हो सके वो असां लाउणा है। कि भगवान रामचंद्र जी, भगवान कृष्ण जी या साडे सतगुरु नानक देव जी ये सोने चांदी वाले मंदिरां तो बिना नहीं रहिंदे। वो भगवान राम ते भीलनी की छपरी जाते हैं, भगवान कृष्ण जी बिदर दे जाते हैं, सतगुरु नानक देव जी लालो दे घर जाके रहिंदे हैं ते उहदी कोदरे की रोटी खाते हैं। पर साडी उन्हां च संतुष्टि नहीं हुंदी जिन्ना चिर असीं गुरुद्वारे दे विच सोना ना लाइए। इहदे उल्ट जे असीं किसी गरीब लड़की नूं पैसे देने होण, किसी गरीब बच्चों के वास्ते कोई स्कूल चलाना होवे, उदों साडे कोल पैसे नहीं होंदे। मैं फिर वही गल दोहरा रहा, हिंदू सिख सारे भरावां नूं बेनती करके पुछदा, जिन्हां जिन्हां नूं भी मनदे हो अंतर ध्यान हो के उन्हां नूं पुछो कि हे भगवान, हे सच्चे पातशाह, तुसीं सोने वाले मंदिरां 'च वसदे हो कि गरीब दे हिरदे विच वसदे हो? जे तो तुहानूं उत्तर मिलता कि गरीब दे हिरदे विच मैं वसदा, ते फिर तां आपां नूं ओह काम करने चाहिए ने जिहदे नाल गरीबां दे मूँह विच रोटी पवे, गरीब पढ़न पढ़ाउण, उन्हां दे कारोबार वधण। अज सानूं सिखां नूं कुछ विशेष गल्लां ते ध्यान देण दी लोड़ है। कुछ घटनावां मेरे सामने आईयां ने, वो मैं आप जी नूं बेनती करदा। मेरे छोटे भाई ठाकुर उदय सिंह जी का बड़ा तगड़ा कारोबार है बंगलौर में। उत्थे एक
पंजाब एग्रीकल्चर यूनिवर्सिटी तो डॉक्टर जी गए, वो बीजां दा कारोबार है, वो वेखण वास्ते समझण वास्ते गए। उत्थे ठाकुर उदय सिंह जी नाल गल होई। ठाकुर जी ने उन्होंने कहा कि असीं भैणी साहब विच एडा वड्डा गुरुद्वारा बनाया बिना पिलर तो, एडा वड्डा हाल है जिहदा कोई एशिया च मुकाबला नहीं। ਉਹਦਾ उत्तर की सी? साध संगत जी बड़े ध्यान नाल सुनियो। ਉਹਨੇ ਆਖਿਆ ਭਾਜੀ ਗੁੱਸਾ ਨਾ ਕਰਿਓ, ਆਪਾਂ ਗੁਰਦੁਆਰਿਆਂ ਤੇ ਇੰਨਾ ਪੈਸਾ ਲਾਈ ਜਾਂਦੇ ਆ, ਜਦੋਂ ਆਪਾਂ ਬੱਚੇ ਦਾਖਲ ਕਰਾਉਣੇ ਹੁੰਦੇ ਨੇ ਜਾਂ ਆਪਾਂ ਆਪਣੇ ਕਿਸੇ ਬਿਮਾਰ ਬੁੱਢੇ ਨੂੰ ਦਾਖਲ ਕਰਾਉਣਾ ਹੁੰਦਾ, ਉਦੋਂ ਈਸਾਈਆਂ ਦੇ ਬੂਹੇ ਅੱਗੇ ਜਾ ਕੇ ਏਡੀ ਸਾਰੀ ਦਾੜੀ ਕੱਢ ਕੇ ਖਲੋ ਜਾਂਦੇ। ਤੁਹਾਨੂੰ ਸ਼ਰਮ ਨਹੀਂ ਆਉਂਦੀ? ਕੀ ਉੱਤਰ ਹੈ? ਕੀ ਉੱਤਰ ਹੈ ਸਾਰਿਆਂ ਕੋਲ? ਕਿਹਦੇ ਬੱਚੇ ਨਹੀਂ ਈਸਾਈਆਂ ਦੇ ਸਕੂਲਾਂ 'ਚ ਪੜ੍ਹਦੇ? ਮੇਰੇ ਵੀ ਈਸਾਈਆਂ ਦੇ 'ਚ ਪੜ੍ਹੇ। ਕਿਉਂ? ਕਿਉਂਕਿ ਅਸੀਂ ਧਿਆਨ ਹੀ ਨਹੀਂ ਕੀਤਾ ਇਸ ਪਾਸੇ। ਸਾਡਾ ਸਾਰਿਆਂ ਦਾ ਧਿਆਨ ਹੈ, ਹਿੰਦੂਆਂ ਨੇ ਮੰਦਰਾਂ ਜਾ ਕੇ ਟਲ ਖੜਕਾ ਲਏ, ਅਸਾਂ ਛੈਣੇ ਖੜਕਾ ਲਏ, ਕੜਾਹ ਪ੍ਰਸ਼ਾਦ ਛਕਿਆ, ਮੱਥਾ ਟੇਕਿਆ, ਆਪੇ ਹੀ ਬੱਲੇ ਬੱਲੇ ਸਾਡਾ ਭਲਾ ਹੋ ਗਿਆ। ਅਸੀਂ ਪੰਥ ਵਾਸਤੇ ਕੀ ਸੋਚਿਆ? ਸੋ ਇਸ ਕਰਕੇ ਆਪਾਂ ਨੂੰ ਇਸ ਗੱਲ ਨੂੰ ਧਿਆਨ 'ਚ ਕਰਨ ਦੀ ਲੋੜ ਹੈ। ਜੋ ਸੁਚੱਜੇ ਢੰਗ ਬਾਕੀ ਪੰਥਾਂ ਨੇ ਅਪਣਾਏ ਨੇ, ਉਹ ਸੁਚੱਜੇ ਢੰਗ ਅਤੇ ਉਸ ਤੋਂ ਹੋਰ ਵਧੀਆ ਸੁਚੱਜੇ ਢੰਗ ਬਣਾ ਕੇ ਪੰਥ ਦੀ ਸੇਵਾ ਕਰਨ ਦੀ ਲੋੜ ਹੈ, ਪੰਥ ਵਧਾਉਣ ਦੀ ਲੋੜ ਹੈ। ਮੈਂ ਜਿਵੇਂ ਪਹਿਲੋਂ ਕਿਹਾ ਸੀ, ਸਾਧ ਸੰਗਤ ਜੀ, ਲੰਗਰ ਕਰਾਉਣਾ ਹੋਵੇ ਇੱਥੋਂ ਹੀ ਅਨੇਕਾਂ ਸਿੱਖ ਲੱਖਾਂ ਰੁਪਈਆ ਦੇਣਗੇ। ਗੁਰਦੁਆਰੇ ਤੇ ਸੋਨਾ ਲਾਉਣਾ ਹੋਵੇ ਕਰੋੜਾਂ ਰੁਪਈਏ ਆ ਜਾਣਗੇ। ਪਰ ਜੇ ਕੋਈ ਵਿਦਿਆਲਾ ਬਣਾਉਣਾ ਹੋਵੇ, ਕੋਈ ਹਸਪਤਾਲ ਬਣਾਉਣਾ ਹੋਵੇ, ਸਭ ਨੀਵੀਆਂ ਪਾ ਜਾਣਗੇ। ਕਿਉਂ? ਕਿਉਂਕਿ ਅਸੀਂ ਵਿਚਾਰਵਾਨ ਨਹੀਂ ਹੈਗੇ। ਸੱਚੇ ਪਾਤਸ਼ਾਹ ਦਾ ਹੁਕਮ ਹੈ ਕਿ ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਸਾਧ ਸੰਗਤ ਜੀ, ਇਹ ਵੀ ਲੰਗਰ ਹੈ, ਇਹ ਗੁਰੂ ਕਾ ਲੰਗਰ ਹੈ, ਜਿਹੜਾ ਗਰੀਬਾਂ ਨੂੰ ਵਿਦਿਆ ਦੇਣੀ ਹੈ, ਉਹਨਾਂ ਨੂੰ ਰੋਟੀ ਦੇ ਸਿਰ ਕਰਨਾ ਹੈ। ਕੀ ਅੱਜ ਸਾਨੂੰ ਪਤਾ ਹੈ? ਸਿੱਖ ਪੰਥ ਨੂੰ ਪਤਾ ਹੈ ਕਿ ਸਾਡੇ ਕਿੰਨੇ ਹੀ ਸਿੱਖ ਭੈਣ ਭਰਾ ਨੇ ਲੱਖਾਂ ਦੀ ਤਾਦਾਦ ਵਿੱਚ, ਜਿਨ੍ਹਾਂ ਵਿਚਾਰਿਆਂ ਕੋਲ ਨਹਾਉਣ ਨੂੰ ਗੁਸਲਖਾਨਾ ਨਹੀਂ ਹੈਗਾ। ਆਪਾਂ ਤੇ ਏਅਰ ਕੰਡੀਸ਼ਨਾਂ 'ਚ ਸੌਂਦੇ, ਸੰਗਤ ਨਹੀਂ ਆਉਂਦੀ। ਸੋ ਇਸ ਕਰਕੇ ਆਪਣੇ ਪੰਥ ਵਾਸਤੇ, ਆਪਣਾ ਪੰਥ ਵਧਾਉਣ ਦੀ ਸੋਚਣ ਦੀ ਲੋੜ ਹੈ। ਗੁਰਦੁਆਰਿਆਂ ਵਾਸਤੇ ਲੰਗਰ ਕਰਨੇ ਕਰਾਉਣੇ ਜਾਂ ਭੇਟਾ ਦੇਣੀ, ਪੱਥਰ ਲੱਗਣਾ, ਸੁੰਦਰ ਹੋਣੇ ਬੜੀ ਚੰਗੀ ਗੱਲ ਹੈ, ਗਲਤ ਗੱਲ ਨਹੀਂ, ਪਰ ਇੱਕ ਸੀਮਾ ਤੱਕ। ਉਸ ਤੋਂ ਅੱਗੇ ਜੇ ਧਿਆਨ ਨਾਲ ਵਿਚਾਰੀਏ, ਸਾਨੂੰ ਪੁਰਾਣੇ ਗੁਰਦੁਆਰੇ ਮੰਦਿਰ ਲੱਭਣਗੇ ਜਾਂ ਕਿਲੇ ਲੱਭਣਗੇ। ਸਾਧ ਸੰਗਤ ਜੀ, ਸਾਨੂੰ ਕਿਤੇ ਕੋਈ ਹਸਪਤਾਲ ਜਾਂ ਕੋਈ ਵਿਦਿਆਲਾ ਨਹੀਂ ਲੱਭਦਾ। ਪੁਰਾਣਾ ਕਿਉਂ ਨਹੀਂ ਲੱਭਦਾ? ਕਿਉਂਕਿ ਜਿਹੜੀਆਂ ਉਦੋਂ ਦੀਆਂ ਧਰਮਸ਼ਾਲਾ ਗੁਰਦੁਆਰੇ ਸੀ, ਉਹਨਾਂ ਦੇ ਵਿੱਚ ਹੀ ਸਾਰਾ ਕੁਝ ਹੁੰਦਾ ਸੀ। ਉੱਥੇ ਹੀ ਪਾਠਸ਼ਾਲਾ ਹੁੰਦੀ ਸੀ, ਉੱਥੇ ਹੀ ਔਸ਼ਧਾਲय ਹੁੰਦਾ ਸੀ। ਪਰ ਅੱਜ ਜਿਸ ਤਰ੍ਹਾਂ ਦੇ ਲੋੜਾਂ ਬਣ ਗਈਆਂ, ਉਹਦੇ ਕਰਕੇ ਹਸਪਤਾਲ ਆਦਿ ਸਾਰੇ ਵੱਖੋ ਵੱਖਰੇ ਹੋ ਗਏ। ਅੱਜ ਸਾਨੂੰ ਉਹ ਬਣਾਉਣ ਦੀ ਲੋੜ ਹੈ। ਉਹ ਵੀ ਗੁਰੂ ਕਾ ਦੁਆਰਾ ਨੇ, ਉਹ ਵੀ ਗੁਰੂ ਕਾ ਦੁਆਰਾ ਹੈ, ਜਿੱਥੋਂ ਸਿਹਤ ਦਾਨ ਮਿਲਦਾ, ਵਿਦਿਆ ਦਾਨ ਮਿਲਦਾ। ਗੁਰੂ ਕਾ ਦੁਆਰਾ ਕਿਉਂ ਨਹੀਂ ਹੈਗਾ? ਗੁਰੂ ਕੇ ਦੁਆਰੇ ਤੋਂ ਤਾਂ ਸਭ ਕੁਝ ਮਿਲਦਾ। ਸੋ ਇਸ ਕਰਕੇ ਸਾਨੂੰ ਇਹਨਾਂ ਚੀਜ਼ਾਂ ਨੂੰ ਵਿਚਾਰ ਨਾਲ ਚੱਲਣ ਦੀ ਲੋੜ ਹੈ। ਔਰ ਜਿਹੜੇ ਸਾਡੇ ਤੋਂ ਬਹੁਤ ਸਿੱਖਾਂ ਦਾ ਲੰਗਰ ਵਾਸਤੇ ਬੜੀ ਸ਼ਰਧਾ ਹੈ, ਕੋਈ ਸ਼ੱਕ ਨਹੀਂ, ਲੰਗਰ ਹੋਣਾ ਚਾਹੀਦਾ। ਸਿੱਖਾਂ ਦੀ, ਗੁਰਸਿੱਖਾਂ ਦੀ, ਗੁਰ ਭਾਈਆਂ ਦੀ ਸੇਵਾ ਹੋਣੀ ਚਾਹੀਦੀ ਹੈ। ਸਤਿਗੁਰੂ ਰਾਮ ਸਿੰਘ ਜੀ ਦਾ ਹੁਕਮ ਹੈ ਸਾਨੂੰ, ਨੰਗੇ ਨੂੰ ਕਪੜਾ, ਭੁੱਖੇ ਨੂੰ ਰੋਟੀ, ਜੋੜੇ ਵਾਲੇ ਨੂੰ ਜੋੜਾ ਦੇਣਾ, ਭਾਵੇਂ ਕਿਸੇ ਪੰਥ ਦਾ ਹੋਵੇ, ਭਾਵੇਂ ਵਿਰੋਧੀ ਹੋਵੇ। ਪਰ ਇਹਦੇ ਤੋਂ ਬਿਨਾਂ ਕੁਝ ਹੋਰ ਵੀ ਹੁਕਮ ਨੇ। ਮੈਂ ਉਧਰ ਫੇਰ ਜਾਣਾ। ਮੈਂ ਆਪ ਜੀ ਨੂੰ ਦੱਸਦਾ ਕਿ ਲੰਗਰ ਦਾ ਸਹੀ ਤਰੀਕਾ ਕੌਣ ਅਪਣਾ ਰਿਹਾ ਤੇ ਕੌਣ ਨਹੀਂ ਅਪਣਾ ਰਿਹਾ। ਸਾਡੇ ਨਾਮਧਾਰੀਆਂ ਵਿੱਚ ਵੀ ਇੰਨਾ ਮਾੜਾ ਹਾਲ ਹੈ। ਪਿੱਛੇ ਜੇ ਇੱਕ ਮੇਲਾ ਚੱਲ ਰਿਹਾ ਸੀ, ਉੱਥੇ ਉਹਨਾਂ ਨੇ ਕਿਹਾ ਜੀ ਕਿ ਅਸੀਂ ਜਲੇਬੀਆਂ ਦਾ ਲੰਗਰ ਕਰਵਾਉਣਾ। ਮੈਂ ਥੋੜੀ ਜਿਹੀ ਸਖਤੀ ਕੀਤੀ ਸੀ, ਮੇਰੇ ਤੋਂ ਆਗਿਆ ਲਈ ਗਈ। ਮੈਂ ਉਹਨਾਂ ਨੂੰ ਕਿਹਾ ਜੀ ਕਿ ਅੱਧੀ ਮਾਇਆ ਲੰਗਰ ਤੇ ਲੱਗੇਗੀ, ਅੱਧੀ ਮਾਇਆ ਗਰੀਬ ਕੁੜੀਆਂ ਦੀ ਪੜ੍ਹਾਈ ਤੇ ਲੱਗੇਗੀ। ਜੇ ਸਿੱਖ ਨੇ ਲੰਗਰ ਕਰਾਉਣਾ ਸੀ, ਉਹ ਆਂਦਾ ਜੀ ਮੈਂ ਲੰਗਰ ਹੀ ਨਹੀਂ ਕਰਾਉਂਦਾ। ਇੱਕੋ ਹੀ ਹੈ, ਸਾਰੇ ਭਰਾਵਾਂ ਦਾ ਇੱਕੋ ਹੀ ਹਾਲ ਹੈ। ਦੂਸਰੇ ਪਾਸੇ ਆ ਜਾਓ, ਜਦੋਂ ਸੱਚੇ ਪਾਤਸ਼ਾਹ ਦੇ ਕਿਸੇ ਦਿਨ ਦਿਹਾੜੇ ਤੇ ਨਗਰ ਕੀਰਤਨ ਨਿਕਲਦਾ ਹੈ, ਉਦੋਂ ਸਾਡੇ ਹਜ਼ਾਰਾਂ ਸਟਾਲ ਵੱਡੀ ਸੜਕ ਤੇ ਲੱਗਦੇ ਨੇ। 50-50 ਹਜ਼ਾਰ ਦਾ ਲੰਗਰ ਹਰੇਕ ਸਟਾਲ ਤੇ ਹੁੰਦਾ ਹੈ, ਜਿਹਦੇ ਵਿੱਚੋਂ ਕੇਵਲ 10% ਸੰਗਤ ਛਕਦੀ ਹੈ, 90% ਸੁੱਟਿਆ ਜਾਂਦਾ।
कि वो लंगर की माया जिहड़ी है वो गरीब बच्चों के पढ़ाई वास्ते या गरीब बच्चों के मूँह में रोटी नहीं पै सकती, कि वो लंगर नहीं हैगा? ये विचारन की लोड़ है आप जी नूं। सो मैं पहलों जिहड़ा विशा छेड़िया सी स्वैमान दा, ਉਹਦੇ ਵਿੱਚ साध संगत जी अपनियां सिफतां जे आपां ना करांगे होर कौन करेगा? साडियां सिफतां होर कौन करेगा जे आपां ना करांगे? हुण ते आपां सिख ही सिखां दे चुटकुले बना के सुनाई जाने हैं, बाहरलियां नूं लोड़ ही नहीं पैंदी। आओ जरा अपने भारत वर्ष विच देखो कि की होया। सब तो पहली गल है, अज तो कई 100 साल पहलों पूरी करड़ाई ना तंबाकू बंद किया तो किने किया? तुसां किया, सिख पंथ ने किया। अमरीका वाले तो अज चेता आया, होर किसी देश नूं नहीं हुण तक चेता आया कि तंबाकू इन्ना हानिकारक है। इसे तरह साडे देश ने, भारत वर्ष ने सारे संसार नूं योग दिता है, योग आसन, जिन्हों अज योग तो असां योगा बना दिता। साडे देश ने आयुर्वेद दिता अज तो हज़ारां साल पहलों। अज जदों अमरीका तो होके आयुर्वेद आउंदा है, उत्थों दीयां कंपनियां खोज करके आंदियां ने और उत्थों दीयां कंपनियां साडी हल्दी, निम, तुलसी नूं पेटेंट करवाउंदियां ने। उदों साडे देश वाले आंदे आहा आयुर्वेद बड़ी चंगी चीज़ है, हल्दी तो बड़ी चंगी चीज़ है, क्योंकि अमरीका वाले अंकल सैम ने आखे। इसे तरह शून्य, जीरो जिन्हों अज असीं कहने ये किने दिता? साडे देश ने दिता। इस तो बिना गणित विद्या चल ही नहीं सकती। जिदन साडे देश दे विच बड़े वड्डे स्केल ते इंडस्ट्री चलदी सी, कपड़ा इथों एक्सपोर्ट हुंदा सी, होर बहुत कुछ हुंदा सी, उदन इंग्लैंड दे विच लोकां को छप्पर भी नहीं सन हैगे रहे। ये साडे देश ने दिता है। जिन्हां नूं मेरियां गल्लां ते शक होवे, भारत में अंग्रेजी राज 3 वॉल्यूम विच है, वो पढ़ के देखो। अंग्रेजों वेले जब्त की गई सी, पंडित सुंदर लाल जी की लिखी हुई है। वो पढ़ के अखां खोल जांदियां ने कि साडा देश की सी और उन्होंने की कीता गया। आओ अज आपां अंग्रेजी तो बिना बच नहीं सकते, क्योंकि जिन्ना चिर आलू बुखारे नूं पोटैटो फीवरा ना आखीए उन्ना चिर गल नहीं बनती। जिन्ना चिर मूली नूं मूँह टेढ़ा करके मोइली ना आखीए वो भी गल नहीं बनती। अंग्रेजी भाषा के किन्ने अखर ने? 5 वावल कढ़ दईए तो 21 रह जाते हैं, कुल मिला के 20 बचते हैं। साडी भाषा के किन्ने ने? 35। किहड़ी भाषा अमीर हुई? साडी। इसे तरह संस्कृत की व्याकरण अज तो हज़ारां साल पहलों लिखी गई सी, पर सानू किसी नूं उस गल का पता ही नहीं। सानू शैक्सपीयर का पता है, बरनार्ड शाह का पता। इसे तरह तुसीं अपनी कविता, अपने देश की कविता नूं कदी पढ़ के उधर ध्यान करके देखो कि साडी कविता दे विच हज़ारां प्रकार के छंद ने। अंग्रेजी विच किन्ने के छंद ने? 4, केवल 4। साडी भाषा दे विच दसम ग्रंथ जी दे विच रामा अवतार जिहड़ा कि 20वां अवतार है, उहदे विच 65 छंद ने। कोई दसम ग्रंथ नूं गुरबाणी मनदा या नहीं वो एक वक्री गल है, पर बड़ी उच्च कोटि की कविता पढ़ोगे आनंद आ जाएगा। रामा अवतार दे विच 65 प्रकार के छंद ने। सानू किसी नूं पता? सानू पता ही नहीं। सानू मिर्जा गालिब दीयां गज़लां दा ते पता, पर दसम अवतार दे असीं रामा अवतार के छंद नहीं सानू पता। उहदे विच एक 93 छंद लिखिया होया, 93 तीरिंग ब्रिणिन बालंग टिणिन ढालंग हृणिन हालंग। कदी सुनिया पढ़िया कि नहीं? सानू की मतलब है कि शैक्सपीयर पढ़ लिया, डिग्री मिल गई, इन्ना ही बहुत है। इसे तरह साडे कोल किन्ने राग ने, अगों किन्ने ठाठ ने, इन्ने राग, इन्नियां रागणियां, इन्ने राग सवेर दे, इन्ने शाम दे, वो किहदे कोल ने? सारे संसार में साडा कोई मुकाबला नहीं हैगा। साडे भाई बलजीत सिंह जी ने बड़ा मनोहर कीर्तन किया, बड़ा आनंद आया, बड़ी सुरीली सुर है, बड़े विद्वान ने। मेरे मित्र ने बचपन के हरभजन सिंह जी रागी अजकल इंग्लैंड रहिंदे ने, वो भी बड़े विद्वान ने संगीत। गुरु जगजीत सिंह ने कृपा की है। इन्हां तो पुछ के वेखो कि साडे देश विच किन्नी प्रकार के राग ने और किहदे कोल ने।
ਪਰ ਸਾਨੂੰ ਇਹ ਚੇਤਾ ਹੀ ਨਹੀਂ, ਸਾਨੂੰ ਕੋਈ ਦੱਸਦਾ ਹੀ ਨਹੀਂ, ਸਵੈਮਾਨ ਹੀ ਨਹੀਂ ਹੈਗਾ ਸਾਡੇ ਕੋਲ। ਫਿਰ ਅੱਜ ਇੱਕ ਧਰਤੀ ਦਾ ਟੁਕੜਾ ਸੁਤੰਤਰ ਜ਼ਰੂਰ ਹੋ ਗਿਆ, ਪਰ ਸਾਡੇ ਮਨ ਨਹੀਂ ਸੁਤੰਤਰ ਹੋਏ, ਸਾਡੇ ਵਿੱਚ ਆਤਮ ਸਮਾਨ ਨਹੀਂ ਆਇਆ। ਕਿਉਂ? ਕਿਉਂਕਿ ਸਾਡੇ ਪੰਥ ਨੂੰ, ਸਾਡੇ ਦੇਸ਼ ਨੂੰ ਵਿਦੇਸ਼ੀ ਉਹ ਕਮਜ਼ੋਰ ਕਰ ਰਹੇ ਨੇ। ਮੁਸਲਮਾਨਾਂ ਨਾਲੋਂ ਈਸਾਈ, ਸ਼ਾਇਦ ਮੈਂ ਨਾ ਕਹਾਂ, ਅੰਗਰੇਜ਼ ਬਹੁਤ ਸ਼ੈਤਾਨ ਸੀ। ਉਹਨਾਂ ਨੇ ਸਾਡਾ ਵਿਚਾਰ ਹੀ ਬਦਲ ਕੇ ਰੱਖ ਦਿੱਤਾ। ਇਹੋ ਜਿਹੇ ਢੰਗ ਨਾਲ ਮਿੱਠੀ ਛੁਰੀ ਵਿੱਚ ਫੇਰੀ ਹੈ ਕਿ ਹਿੰਦੂ ਸਿੱਖਾਂ ਨੂੰ ਲੜਾਤਾ, ਮੁਸਲਮਾਨ ਤੇ ਹਿੰਦੂ ਨੂੰ ਲੜਾ ਦਿੱਤਾ, ਔਰ ਸਾਡੇ ਮਨ ਦੇ ਵਿੱਚ ਇਹ ਗੱਲ ਬਿਠਾ ਦਿੱਤੀ ਕਿ ਤੁਹਾਡੇ ਵੱਡੇ ਤੇ ਆਈ ਬੁੱਧੂ ਸੀ, ਤੁਹਾਡਾ ਇਤਿਹਾਸ ਜੋ ਲਿਖਿਆ ਉਹ ਸਾਰਾ ਝੂਠ ਹੀ ਹੈ। ਸਾਧ ਸੰਗਤ ਜੀ, ਆਪਾਂ ਸਾਰੇ ਹੀ ਗੁਰਬਾਣੀ ਨੂੰ ਮੰਨਦੇ ਹਾਂ ਮਤਲਬ ਸ਼ਰਧਾ ਰੱਖਦੇ ਹਾਂ, ਵਚਨ ਨਹੀਂ ਮੰਨਦੇ। ਮੰਨੇ ਕੀ ਗਤ ਕਹੀ ਨਾ ਜਾਏ, ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਗੁਰ ਕੀ ਇੱਕ ਸਿੱਖ ਸੁਣੀ। ਜੇ ਇੱਕ ਵੀ ਸਿੱਖਿਆ ਸੁਣ ਲਵੇ ਤਾਂ ਮਤ ਵਿੱਚ ਰਤਨ ਜਵਾਹਰ। ਹੁਕਮ ਮੰਨਿਆ ਹੋਵੇ ਪ੍ਰਵਾਨ। ਸਾਧ ਸੰਗਤ ਜੀ, ਮੈਂ ਬੇਨਤੀ ਕਰ ਰਿਹਾ ਸੀ ਕਿ ਆਪਾਂ ਬਚਨ ਨਹੀਂ ਮੰਨਦੇ। ਗੁਰਬਾਣੀ ਵਿੱਚ ਹੁਕਮ ਹੈ, ਵਿਵੇਕ ਬੁੱਧ ਸਭ ਜਗ ਮੈਂ ਨਿਰਮਲ, ਵਿਚਰ ਵਿਚਰ ਰਸ ਪੀਜਾ। ਵਿਚਾਰਵਾਨ ਬਣੋ, ਇਹ ਹੁਕਮ ਹੈ ਸਾਨੂੰ। ਵਿਚਾਰਵਾਨ ਕੌਣ ਹੈ? ਜਿਹੜਾ ਮਾੜੀ ਤੇ ਚੰਗੀ, ਖਰੀ ਖੋਟੀ ਚੀਜ਼ ਨੂੰ ਪਰਖ ਕੇ ਉਹਦੇ ਚੋਂ ਚੰਗੀ ਚੀਜ਼ ਲੈਂਦਾ। ਜਰਾ ਸੋਚੋ, ਆਪਾਂ ਕੀ ਕਰਦੇ ਹਾਂ? ਦਾਨ ਦੇਣਾ ਬੜੀ ਚੰਗੀ ਚੀਜ਼ ਹੈ। ਸਾਡੇ ਪੰਥ ਵਿੱਚ ਵੀ ਬਹੁਤ ਮਹਾਨਤਾ ਹੈ। ਸੱਚੇ ਪਾਤਸ਼ਾਹ ਨੇ ਪਹਿਲੀ ਪਾਤਸ਼ਾਹੀ ਜਿੱਥੇ 5 ਨਿਵਾਜ਼ਾਂ ਦੀ ਥਾਂ ਤੇ 5 ਕਰਮ ਦੱਸਦੇ ਨੇ, ਉਹਦੇ ਵਿੱਚ ਵੀ ਹੁਕਮ ਕੀਤਾ ਹੈ। ਹੁਣ ਸੋਚਣ ਦੀ ਲੋੜ ਹੈ ਕਿ ਅਸੀਂ ਦਾਨ ਕਿਹਨੂੰ ਕਰਨਾ ਹੈ, ਔਰ ਅੱਜ ਅਸੀਂ ਜਿਹਨੂੰ ਦਾਨ ਕਰਦੇ ਹਾਂ ਕਿਉਂ ਕਰਦੇ ਪਏ ਹਾਂ, ਕਿ ਬਹੁਤ ਧਿਆਨ ਨਾਲ ਵਿਚਾਰਿਓ। ਸਾਧ ਸੰਗਤ ਜੀ, ਅੱਜ ਆਪਾਂ ਦਾਨ ਉਹਨੂੰ ਕਰਨ ਜਾਂਦੇ ਆ ਜਿਹਦੇ ਵਾਸਤੇ ਸਾਨੂੰ ਮੀਡੀਆ ਦੱਸਦਾ ਕਿ ਉਹ ਫਲਾਣੇ ਥਾਂ ਤੇ ਇੱਕ ਬਹੁਤ ਗਰੀਬ ਭੁੱਖਾ ਹੈਗਾ, ਜਾਂ ਭੁਚਾਲ ਆ ਗਿਆ, ਜਾਂ ਕੁਝ ਵੀ ਇਹੋ ਜਿਹਾ ਹੋ ਗਿਆ, ਤੇ ਉਹਨੂੰ ਦਾਨ ਕਰਨਾ ਚਾਹੀਦਾ। ਸਾਰੇ ਆਪਾਂ ਭੱਜ ਕੇ ਤੁਰ ਪੈਂਦੇ ਉਧਰ। ਕਿਉਂ? ਕਿਉਂਕਿ ਅਸੀਂ ਮੀਡੀਆ ਤੋਂ ਪ੍ਰੇਰਿਤ ਹੁੰਦੇ, ਅਸੀਂ ਉਸ ਚੀਜ਼ ਤੋਂ ਪ੍ਰਭਾਵਿਤ ਹਾਂ। ਅੱਜ ਨੇਪਾਲ 'ਚ ਭੁਚਾਲ ਆਇਆ, ਸਭ ਉਧਰ ਨੂੰ ਭੱਜ ਪਏ। ਕੋਈ ਕਿਸੇ ਪਾਸੇ ਹੁੰਦਾ, ਕਿਉਂਕਿ ਟੀਵੀ ਤੇ ਵਿਖਾਇਆ ਗਿਆ, ਅਖਬਾਰਾਂ 'ਚ ਆ ਗਿਆ, ਫਟਾਫਟ ਉਧਰ ਨੂੰ ਆਪਾਂ ਭੱਜ ਪੈਂਦੇ ਹਾਂ। ਸਾਡੇ ਨੌਕਰ ਦਾ ਬੱਚਾ ਉਹ ਬਿਮਾਰੀ ਨਾਲ ਮਰਦਾ ਹੋਵੇ, ਆਪਾਂ ਦਵਾਈ ਨਹੀਂ ਦਿੰਦੇ। ਸਾਡੇ ਗੁਆਂਢ ਕੋਈ ਧਿਆਇਆ ਮਰਦਾ ਹੋਵੇ, ਆਪਾਂ ਪਾਣੀ ਨਹੀਂ ਪਿਆਉਂਦੇ, ਪਰ ਆਪਾਂ ਉੱਥੇ ਜ਼ਰੂਰ ਜਾਂਦੇ। ਹੁਣ ਇੱਥੇ ਆ ਕੇ ਫੇਰ ਉਹੀ ਗੱਲ ਹੈ ਜਿਹੜੀ ਮੈਂ ਵਿਚਾਰ ਦੀ ਗੱਲ ਕਹਿਣ ਲੱਗਾ। ਸਾਡੀ ਦਿੱਲੀ ਗੁਰਦੁਆਰਾ ਕਮੇਟੀ ਨੇ ਹੁਣ ਉੱਥੇ ਨੇਪਾਲ ਵਿੱਚ ਕਾਫੀ ਸਹਾਇਤਾ ਵਾਸਤੇ ਭੇਜਿਆ। ਇਹ ਬਹੁਤ ਚੰਗੀ ਗੱਲ ਹੈ। ਇਸ ਤੋਂ ਪਹਿਲਾਂ ਜਦੋਂ ਉੱਤਰਾਂਚਲ ਵਿੱਚ ਭੁਚਾਲ ਆਇਆ ਸੀ, ਬਾਰਿਸ਼ਾਂ ਨਾਲ ਨੁਕਸਾਨ ਹੋਇਆ ਸੀ, ਉਦੋਂ ਵੀ ਇੱਥੋਂ ਸੰਗਤਾਂ ਨੇ ਜਾ ਕੇ ਬਹੁਤ ਸੇਵਾ ਕੀਤੀ ਸੀ। ਬਹੁਤ ਵਧੀਆ ਗੱਲ ਹੈ। ਇਹ ਸਿੱਖੀ ਦੀ ਸ਼ਾਨ ਹੈ, ਸਿੱਖੀ ਦਾ ਕਰਮ ਹੈ, ਪਰਉਪਕਾਰ ਸਿੱਖੀ ਦੀ ਨਿਸ਼ਾਨੀ ਹੈ। ਇਹਦੇ ਨਾਲ ਸਿੱਖ ਪੰਥ ਦੀ ਸ਼ਾਨ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਇਹਦੇ ਨਾਲ ਹੀ ਇਹ ਧਿਆਨ ਰੱਖਣ ਦੀ ਲੋੜ ਹੈ ਕਿ ਇਹ ਕਦੀ ਕਦੀ ਕਰਨਾ ਹੈ। ਸ਼ਾਨ ਬਣਾਉਣੀ ਵੀ ਜ਼ਰੂਰੀ ਹੈ, ਪਰ ਮੁੱਖ ਰੂਪ ਦੇ ਵਿੱਚ ਜੋ ਆਪਣੇ ਸਿੱਖ ਭਰਾ ਨੂੰ, ਆਪਣੇ ਭਰਾ ਨੂੰ, ਭੈਣ ਨੂੰ, ਆਪਣੇ ਪੰਥ ਨੂੰ ਜੋ ਦਾਨ ਕਰਨ ਦਾ ਲਾਭ ਹੈ, ਉਹ ਹੋਰ ਨਹੀਂ ਕੋਈ ਹੈ। ਇਹ ਤੇ ਕਦੀ ਕਦਾਈ ਦੀਆਂ ਘਟਨਾਵਾਂ ਨੇ। ਹਾਇਤੀ ਵਿੱਚ ਕੁਝ ਸਾਲ ਪਹਿਲਾਂ ਇੱਕ ਭੁਚਾਲ ਆਇਆ ਸੀ। ਉੱਥੇ ਇੱਕ ਗੁਰਸ਼ਰਨ ਸਿੰਘ ਨਾਮਧਾਰੀ ਗਏ ਸੀ। ਯੂਨਾਈਟਿਡ ਸਿੱਖ ਸੰਸਥਾ ਹੈਗੀ ਹੈ, ਗੈਰ ਨਾਮਧਾਰੀ ਸਿੱਖਾਂ ਦੀ ਹੈ। ਉਹਦੇ ਵਿੱਚ ਸਾਡੇ ਨਾਮਧਾਰੀ ਸਿੰਘ ਵੀ ਸੇਵਾ ਕਰਨ ਗਏ। ਉਹਨਾਂ ਨੇ ਬੜੀ ਸੇਵਾ ਕੀਤੀ। ਜਿਨ੍ਹਾਂ ਦੀ ਸੇਵਾ ਕੀਤੀ ਉਹਨਾਂ ਨੇ ਕੀ ਆਖਿਆ? ਉਹਨਾਂ ਆਖਿਆ ਬਾਕੀ ਪੰਥ ਇੱਥੇ ਆ ਕੇ ਸੇਵਾ ਦੇ ਨਾਲ ਨਾਲ ਲਾਭ ਲੈਂਦੇ ਨੇ, ਸਾਨੂੰ ਆਪਣੇ ਧਰਮ ਵਿੱਚ ਪਰਿਵਰਤਿਤ ਕਰਦੇ ਨੇ, ਤੇ ਤੁਸੀਂ ਕੁਝ ਨਹੀਂ ਕਰਦੇ। ਉਹਨਾਂ ਨੇ ਆਖਿਆ ਨਹੀਂ, ਅਸੀਂ ਕੇਵਲ ਤੇ ਕੇਵਲ ਸੇਵਾ ਕਰਨਾ ਹੈ। ਸਾਡੇ ਗੁਰੂ ਦਾ ਆਦੇਸ਼ ਹੈਗਾ ਕਿ ਸੇਵਾ ਕਰਨੀ ਹੈ। ਅਸੀਂ ਨਿਸ਼ਕਾਮ ਸੇਵਾ ਕਰਦੇ ਹਾਂ, ਅਸੀਂ ਪਰਉਪਕਾਰ ਕਰਦੇ ਹਾਂ, ਅਸੀਂ ਕੁਝ ਲੈਣ ਨਹੀਂ ਆ। ਸਾਰੇ ਆਖੋ ਧੰਨ ਸਤਿਗੁਰੂ ਨਾਨਕ ਦੇਵ। ਇਹ ਜਿੱਦਣ ਅਸੀਂ 18,000 ਕੁੜੀਆਂ ਛੁਡਾ ਕੇ ਹਿੰਦੂਆਂ, ਮੁਸਲਮਾਨਾਂ, ਸਿੱਖਾਂ ਦੀਆਂ ਵਾਪਸ ਲਿਆ ਕੇ ਦਿੱਤੀਆਂ ਸੀ, ਉਦੋਂ ਅਸੀਂ ਕੋਈ ਉਹਨਾਂ ਦਾ ਧਰਮ ਪਰਿਵਰਤਿਤ ਕਰ ਨਹੀਂ ਸੰਗੇ। ਪਰ ਸਿੱਖ ਦਾ ਕਰਮ ਹੈ ਪਰਉਪਕਾਰ ਕਰਨਾ। ਬਾਣੀ 'ਚ ਲਿਖਿਆ ਮਿਥਿਆ ਤਨ ਨਹੀਂ ਪਰਉਪਕਾਰ।
ਸੋ ਇਸ ਕਰਕੇ ਇਹ ਆਪਣੇ ਥਾਂ ਇਹੋ ਜਿਹੇ ਨਿਸ਼ਕਾਮ ਕਰਮ ਕਰਨੇ, ਪਰਉਪਕਾਰ ਕਰਨੇ ਸੱਚੀ ਮੁੱਚੀ ਬਹੁਤ ਵਧੀਆ ਗੱਲ ਹੈ। ਪਰ ਇਹਦੇ ਨਾਲ ਹੀ ਧਿਆਨ ਰੱਖਣ ਦੀ ਲੋੜ ਹੈ ਕਿ ਕਦੀ ਕਦੀ ਸਕਾਮ ਵੀ ਕਰਨੇ ਪੈਂਦੇ ਨੇ। ਮੇਰਾ ਨਿਸ਼ਕਾਮ ਹੋਇਆ ਨਹੀਂ ਗੁਜ਼ਾਰਾ ਹੁੰਦਾ। ਅਤੇ ਆਪ ਜੀ ਨੂੰ ਵਿਚਾਰਵਾਨ ਹੋਣ ਦੀ ਗੱਲ ਦੱਸ ਰਿਹਾ ਕਿ ਦਾਨ ਕਰਨ ਵਾਸਤੇ ਵੀ ਵਿਚਾਰਵਾਨ ਹੋਣ ਦੀ ਲੋੜ ਹੈ। ਇੱਕ ਸਿੱਖ ਉਹਨੇ ਮੈਨੂੰ ਫੋਨ ਕੀਤਾ ਜੀ, ਇੱਕ ਚਮਾਰ ਦੀ ਲੜਕੀ ਹੈ, ਉਹਦਾ ਰਿਸ਼ਤਾ ਹੋ ਕੇ ਛੁੱਟ ਗਿਆ, ਉਹਦਾ ਵਿਆਹ ਕਰਨਾ ਤੇ ਉਹਦੇ ਵਾਸਤੇ ਆਗਿਆ ਚਾਹੀਦੀ ਹੈ। ਅਸੀਂ 70,000 ਰੁਪਈਆ ਲਾਉਣ ਨੂੰ ਤਿਆਰ ਹਾਂ। ਮੈਂ ਕਿਹਾ ਜੀ ਕਿਉਂ ਛੁੱਟ ਗਿਆ? ਉਹ ਆਖੇ ਜੀ ਇਸ ਕਰਕੇ ਛੁੱਟ ਗਿਆ ਕਿ ਉਹਨੇ ਜਿਹਦੇ ਵੱਲ ਰਿਸ਼ਤਾ ਕੀਤਾ ਸੀ ਉਹਨਾਂ ਨੇ ਸੋਚਿਆ ਸੀ ਸਾਨੂੰ ਪੈਸੇ ਬਹੁਤੇ ਮਿਲਣਗੇ। ਹੁਣ ਉਹਨਾਂ ਨੂੰ ਪਤਾ ਲੱਗਾ ਕਿ ਗਰੀਬ ਨੇ ਪੈਸੇ ਥੋੜੇ ਦੇਣਗੇ ਤੇ ਉਹਨਾਂ ਨੇ ਕੁੜੀ ਦਾ ਰਿਸ਼ਤਾ ਛੱਡਤਾ। ਅਸਾਂ ਜ਼ਰੂਰ ਕਰਵਾਉਣਾ ਉੱਥੇ। ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਜੇ ਉਹਨਾਂ ਨੇ ਅੱਜ 70,000 ਲਾਓਗੇ, ਕੱਲ ਨੂੰ ਹੋਰ ਮੰਗ ਲਿਆ, ਫਿਰ ਕੀ ਕਰੋਗੇ? ਫਿਰ ਕੌਣ ਦੇਵੇਗਾ? ਇਸ ਕਰਕੇ ਤੁਸੀਂ ਉਹ ਰਿਸ਼ਤਾ ਹੀ ਛੱਡ ਦਿਓ ਅਤੇ 10,000 ਲਾਓ। 10-10,000 ਲਾ ਕੇ 7 ਕੁੜੀਆਂ ਵਿਆਹੋ। ਇੱਕ ਕੁੜੀ ਤੇ ਇੱਕੋ ਵਾਰੀ 70,000 ਲਾਉਣ ਦੀ ਬਜਾਏ 7 ਕੁੜੀਆਂ ਤੇ 10-10,000 ਲਾ ਕੇ 7 ਕੁੜੀਆਂ ਵਿਆਹੋ। ਸੋ ਇਸੇ ਹੀ ਤਰ੍ਹਾਂ ਸਾਧ ਸੰਗਤ ਜੀ, ਜਿਹੜੇ ਅਸੀਂ ਲੰਗਰ ਵੀ ਕਰਦੇ ਆ ਨਾ, ਲੰਗਰ ਦਾ ਦਾਨ ਸੱਚੀ ਮੁੱਚੀ ਕਿਹਦੇ ਮੂੰਹ 'ਚ ਪਾਉਨੇ ਆ? ਜੀਵਨ ਨਗਰ ਵਿੱਚ ਇੱਕ ਨਾਮਧਾਰੀ ਸਿੰਘ ਹੈ, ਉਹ ਦੇਸੀ ਜਲੇਬੀਆਂ, ਦੇਸੀ ਘਿਓ ਦੀਆਂ ਜਲੇਬੀਆਂ ਕੱਢ ਕੇ, ਜਿੱਥੇ ਪੂਰੀ ਗਰਮੀ ਵਿੱਚ ਲੋਕ ਕਣਕ ਦੀ ਵਾਢੀ ਕਰਦੇ ਨੇ ਇਹਨਾਂ ਦਿਨਾਂ ਵਿੱਚ, ਉੱਥੇ ਖੇਤਾਂ 'ਚ ਜਾ ਕੇ ਉਹਨਾਂ ਨੂੰ ਦੇਸੀ ਘਿਓ ਦੀਆਂ ਜਲੇਬੀਆਂ ਛਕਾ ਕੇ ਆਉਂਦਾ। ਜਿਨ੍ਹਾਂ ਵਿਚਾਰਿਆਂ ਨੂੰ 2 ਵੇਲੇ ਦੀ ਰੋਟੀ ਨਹੀਂ ਨਸੀਬ ਹੁੰਦੀ। ਆਪਾਂ ਜਿਨ੍ਹਾਂ ਨੂੰ ਪਹਿਲਾਂ ਹੀ ਗੁਲਾਬ ਜਾਮਨ ਨੂੰ ਖਾ ਕੇ ਪੇਟ ਖਰਾਬ ਹੋਇਆ ਹੁੰਦਾ, ਸਾਨੂੰ ਦੇਸੀ ਘਿਓ ਦੀਆਂ ਜਲੇਬੀਆਂ ਕੀ ਲੰਗਰ ਮਹਿਣਾ ਰਖਾਉਂਦਾ? ਸੋ ਇਸ ਕਰਕੇ ਸਾਨੂੰ ਸੋਚਣ ਦੀ ਲੋੜ ਹੈ ਕਿ ਸਾਡੇ ਗੁਆਂਢ, ਦਿੱਲੀ ਦੇ ਗੁਆਂਢ, ਕਸ਼ਮੀਰ ਤੋਂ ਉੱਠ ਕੇ ਆਏ ਕਸ਼ਮੀਰੀ ਪੰਡਤ ਬੈਠੇ ਨੇ, ਉਹਨਾਂ ਵਾਸਤੇ ਵੀ ਸਾਨੂੰ ਸੋਚਣ ਦੀ ਲੋੜ ਹੈ। ਅਤੇ ਸਾਨੂੰ ਕੁੱਲ ਮਿਲਾ ਕੇ ਫਿਰ 10ਵੇਂ ਪਾਤਸ਼ਾਹ ਦਾ ਉਹ ਬਚਨ ਯਾਦ ਕਰਨ ਦੀ ਲੋੜ ਹੈ ਜਿਹਦੇ ਵਿੱਚ ਉਹਨਾਂ ਨੇ ਹੁਕਮ ਕੀਤਾ ਕਿ ਖਾਲਸੇ ਨੂੰ ਦਾਨ ਕੀਤਾ ਹੀ ਫਲਦਾ ਹੈ, ਸਿੱਖਾਂ ਨੂੰ ਦਾਨ ਕੀਤਾ ਫਲਦਾ। ਇੱਥੇ ਵੀ ਤੇ ਅੱਗੇ ਵੀ ਸੱਚੇ ਪਾਤਸ਼ਾਹ ਦੇ ਇਹ ਸਵਈਆ ਉਹ ਹੈ ਜਿਹੜਾ ਨਿਰਵਿਵਾਦ ਹੈ, ਜਿਹਦੇ ਤੇ ਕੋਈ ਕਿੰਤੂ ਪਰੰਤੂ ਨਹੀਂ ਕਰਦਾ ਕਿ ਬਾਣੀ ਹੈ ਜਾਂ ਨਹੀਂ। ਸੱਚੇ ਪਾਤਸ਼ਾਹ ਬਚਨ ਕਰਦੇ ਨੇ, ਦਾਨ ਦਿਓ ਇਨਹੀ ਕੋ ਭਲੋ ਔਰ ਆਨ ਕੋ ਦਾਨ ਨਾ ਲਾਗਤ ਨੀਕੋ। ਆਗੇ ਭਲਾ ਇਨਹੀ ਕੋ ਦਿਓ, आगे भला इन्हीं को दयो और आन को दान न लागत नीको। आगे भला इन्हीं को दयो, जग में जस और दयो सब फीको। तो 10वें पातशाह साहिब सतगुरु गोबिंद सिंह हुक्म करते ने, साध संगत जी मेरी गल नहीं, एक तो ये स्पष्ट होंदा है कि इस जन्म तो बाद असी किते होर भी जाना है। आगे भला इन्हीं को दयो। अते दूसरी गल है कि सच्चे पातशाह का बचन है। इस करके मेरी आप जी नूं बेनती है, विचारवान बनो। छोटी छोटी रोटी कपड़ा आदि किसी नूं भी दिओ और हर रोज दिओ। एक नियम बनाओ, 5-10 रुपए की रोटी हुंदी है, किसी गरीब बच्चे नूं सड़क ते कूड़ा हुंदे फिरदे ने, रोज दिओ। पर जिहड़ा वड्डा दान हज़ारां लखां विच करना है वो अपने भरा नूं दिओ। और मुख रूप दे विच एवें ही देण दी बजाए विद्यालय अते हस्पताल बनाओ, ताकि ईसाई मुसलमान वो भी सारे तुहाडे स्कूलों में आउण। वेखो किड्डी वधिया गल है, बड़ू साहब वाले बाबा जी ने उन्होंने किरपा की है, किन्ने विद्यालय बनाए ने, उत्थे मुसलमान बच्चे भी आउंदे ने, गुरबाणी का पाठ करते हैं। आपां भी बनाईए, इस पासे ध्यान करन दी लोड़ है। अते हुण मैं आप जी नूं छोटी जी बेनती वो करन लगा जिहदे करके सिख पंथ का बहुत वड्डा नुकसान हो रहा। वो नुकसान नूं रोकण दी लोड़ है। 10 वजे समाप्त करना सी, मिनट एक ही रह गया, पर 2-4 मिनटां दे विच समाप्त कर देंगा। साध संगत जी, सिख पंथ नूं बहुत वड्डा नुकसान इस करके है कि असीं अपने पंथ का नुकसान कर रहे हैं। क्योंकि बख्शी जगदेव सिंह जी उन्होंने एक नारा लाया सी, जे सिख सिख नूं ना मारे ते कौम कदे ना हारे। ना छोटा जिहा सा उदों दा मैनूं नारा याद है। सानू कोई नहीं हरा सकदा, 10वें पातशाह की इन्नी किरपा है। पर जदों असीं आपे ही हराउण लग पईए, बंदे बहादुर वेले सानू किहने हराउणा सी? आपां ही सन। सो अज साडे विच एक चोण प्रणाली आ गई हुई है, इलैक्शन।
ਉਹਦੇ ਕਰਕੇ ਪੰਥ ਨੂੰ ਬਹੁਤ ਵੱਡਾ ਨੁਕਸਾਨ ਹੋ ਰਿਹਾ। ਮੈਂ ਉਹਦੇ ਵਾਸਤੇ ਕਾਫੀ ਵੇਰਵੇ ਸਹਿਤ ਬੇਨਤੀਆਂ ਕਰਨੀਆਂ ਸਨ, ਉਹ ਹੁਣ ਨਹੀਂ ਕਰਾਂਗਾ। ਕੇਵਲ ਇੰਨੀ ਬੇਨਤੀ ਕਰਦਾ ਕਿ ਚੋਣ ਪ੍ਰਣਾਲੀ ਦੀ ਥਾਂ ਤੇ ਸਾਡੇ ਸਰਬਸੰਮਤੀ ਹੋਣੀ ਚਾਹੀਦੀ ਹੈ। ਸਰਬੱਤ ਖਾਲਸਾ, ਸਰਬਸੰਮਤੀ, ਗੁਰਮਤਾ ਉਹ ਹੋਣਾ ਚਾਹੀਦਾ ਸਿੱਖ ਪੰਥ ਵਿੱਚ। ਚੋਣ ਪ੍ਰਣਾਲੀ ਦਾ ਕੋਈ ਮਤਲਬ ਹੀ ਨਹੀਂ ਹੈਗਾ, ਕਿਉਂਕਿ ਆਪਾਂ ਜਦੋਂ ਚੋਣਾਂ ਵਿੱਚ ਇੱਕ ਦੂਸਰੇ ਨੂੰ ਭੈੜਾ ਆਉਂਦੇ ਹਾਂ, ਕੀ ਕੁਝ ਕਰਦੇ ਹਾਂ, ਮੇਰੇ ਨੂੰ ਬਹੁਤਾ ਆਪ ਜੀ ਨੂੰ ਪਤਾ ਹੈ। ਗੁਰਬਾਣੀ ਵਿੱਚ ਜੋ ਕੁਝ ਲਿਖਿਆ ਹੋਇਆ ਉਹ 10 ਹੁਕਮਾਂ ਦੇ ਆਪਾਂ ਵਿਰੁੱਧ ਜਾਂਦੇ ਹਾਂ। ਗੁਰਬਾਣੀ ਦਾ ਵਿਰੋਧ ਕਰਕੇ ਆਪਾਂ ਤਾਂ ਚੋਣ ਪ੍ਰਣਾਲੀ ਦੇ ਵਿੱਚ ਸਫਲ ਜਾਂ ਅਸਫਲ ਹੁੰਦੇ ਹਾਂ, ਔਰ ਉਹਦੇ ਨਾਲ ਪੰਥ ਦੀ ਸ਼ਰਧਾ ਘਟਦੀ ਹੈ, ਸਿੱਖਾਂ ਦੀ ਸ਼ਰਧਾ ਘਟਦੀ ਹੈ ਤੇ ਪੰਥ ਦਾ ਬਹੁਤ ਨੁਕਸਾਨ ਹੁੰਦਾ। ਸਾਨੂੰ ਚਾਹੀਦਾ ਕਿ ਆਪਾਂ ਸਰਬਸੰਮਤੀ ਕਰੀਏ। ਇੱਕ ਟਮਕੌਦੀ ਪਿੰਡ ਹੈ ਪੰਜਾਬ ਵਿੱਚ, ਉੱਥੇ 35 ਸਾਲ ਤੋਂ ਕਦੀ ਚੋਣਾਂ ਨਹੀਂ ਹੋਈਆਂ। ਸਾਧ ਸੰਗਤ ਜੀ ਸੁਣੋ, 35 ਸਾਲ ਤੋਂ ਕਦੀ ਚੋਣਾਂ ਨਹੀਂ ਹੋਈਆਂ। ਦੁੱਧ ਦੀ ਸੁਸਾਇਟੀ ਦੀਆਂ ਵੀ ਚੋਣਾਂ ਨਹੀਂ ਹੋਈਆਂ। ਸਰਬਸੰਮਤੀ ਨਾਲ ਸਰਪੰਚ ਬਣਦੇ ਨੇ। ਕੀ ਆਪਾਂ ਗੁਰਦੁਆਰਿਆਂ ਦੀ ਸੇਵਾ ਵਾਸਤੇ ਸਰਬਸੰਮਤੀ ਨਹੀਂ ਕਰ ਸਕਦੇ? ਪੰਥ ਵਿੱਚ ਕੋਈ ਘਾਟਾ ਨਹੀਂ ਕਿਸੇ ਚੀਜ਼ ਦਾ, ਸਿਰਫ ਸੋਚ ਬਦਲਣ ਦੀ ਲੋੜ ਹੈ ਕਿ ਅਸੀਂ ਸਰਬਸੰਮਤੀ ਕਰਨੀ ਹੈ। ਕਿਉਂਕਿ ਬਾਣੀ ਵਿੱਚ ਇਹ ਹੁਕਮ ਹੈ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਏ, ਹਰ ਨਾਮੈ ਕੇ ਹੋਵੋ ਜੋੜੀ। ਅੱਗੇ ਕੀ ਹੈ? ਗੁਰਮੁਖ ਬੈਠੋ ਕਿ ਗੁਰਮੁਖ ਚੁੱਕੋ ਸਭਾ ਵਿੱਚ? ਨਹੀਂ, ਗੁਰਮੁਖ ਬੈਠੋ ਸਭਾ ਵਿੱਚ ਆਏ। ਸਾਧ ਸੰਗਤ ਜੀ, ਮੈਂ ਏਕਤਾ ਦੀ ਗੱਲ ਕਰਦਾ। ਮੈਨੂੰ ਕਈ ਪਾਸਿਆਂ ਤੋਂ ਧਮਕੀਆਂ ਆਉਂਦੀਆਂ ਨੇ ਕਿ ਤੂੰ ਹਿੰਦੂ ਸਿੱਖ ਏਕਤਾ ਦੀ ਕਿਉਂ ਗੱਲ ਕਰਦਾ ਹੈ, ਪੰਥ ਦੀ ਏਕਤਾ ਦੀ ਕਿਉਂ ਗੱਲ ਕਰਦਾ ਹੈ, ਸਮੁੱਚੇ ਸਿੱਖ ਪੰਥ ਦੀ ਏਕਤਾ ਦੀ ਗੱਲ ਕਿਉਂ ਕਰਦਾ ਹੈ, ਜਾਂ ਨਾਮਧਾਰੀ ਪੰਥ ਦੀ ਏਕਤਾ ਦੀ ਗੱਲ ਕਿਉਂ ਕਰਦਾ? ਕਿਉਂਕਿ ਜਿਨ੍ਹਾਂ ਨੂੰ ਪਾਠਕ ਪਾ ਕੇ ਪ੍ਰਸ਼ਾਦਾ ਪਾਣੀ ਚੰਗਾ ਚੱਲਦਾ, ਉਹਨਾਂ ਨੂੰ ਏਕਤਾ ਕਿੱਥੋਂ ਪਸੰਦ ਹੈ? ਪਰ ਸੱਚੇ ਪਾਤਸ਼ਾਹ ਜੀ ਦਾ ਗੁਰਬਾਣੀ ਵਿੱਚ ਜੋ ਬਚਨ ਲਿਖਿਆ, ਉਹਦੇ ਕਰਕੇ ਹੀ ਮੈਂ ਏਕਤਾ ਦੀ ਬੇਨਤੀ ਪੰਥ ਨੂੰ ਕਰ ਰਿਹਾ। ਇਹਦੇ ਵਾਸਤੇ ਕੋਈ ਵੀ ਨੁਕਸਾਨ ਹੋ ਜਾਵੇ ਕੋਈ ਸਮੱਸਿਆ ਨਹੀਂ। ਹਮ ਆਦਮੀ ਹਾਂ ਇੱਕਦਮੀ, ਕਛ ਮੋਲਤ ਮੋਤ ਨਾ ਜਾਣਾ। ਇਹ ਸਰੀਰ ਤੇ ਜਾਣਾ ਹੀ ਇੱਕ ਦਿਨ, ਇੱਥੇ ਕਿਹਨੇ ਰਹਿ ਜਾਣਾ? ਜੇ ਪੰਥ ਦੇ ਲੇਖੇ ਲੱਗ ਜਾਵਾਂਗੇ, ਹੋਰ ਕੀ ਚਾਹੀਦਾ? ਕੱਲ ਨਰਿੰਦਰ ਮੋਦੀ ਜੀ ਨੇ ਬੜਾ ਵਧੀਆ ਇੱਕ ਐਲਾਨ ਕੀਤਾ ਕਿ ਸਾਰੇ ਹਿੰਦੂ ਸਤਿਗੁਰੂ ਤੇਗ ਬਹਾਦਰ ਜੀ ਦਾ ਨਾਮ ਰੋਜ਼ ਲਿਆ ਕਰ। ਬਹੁਤ ਵਧੀਆ ਗੱਲ ਹੈ। ਅਸੀਂ ਨਾਮਧਾਰੀ ਪੰਥ ਵੱਲੋਂ ਇਸ ਗੱਲ ਦਾ ਸਵਾਗਤ ਕਰਦੇ ਹਾਂ। ਇਸੇ ਤਰ੍ਹਾਂ ਬਾਕੀ ਦੇ ਵੀ ਸਾਰੇ ਦੋਹਾਂ ਪਾਸਿਆਂ ਤੋਂ ਰਲ ਮਿਲ ਕੇ ਹੋਰ ਨੇੜ ਵਧਾਈਏ ਤਾਂ ਕਿ ਪੰਥ ਪ੍ਰਫੁੱਲਿਤ ਹੋ ਸਕੇ। ਸਰਦਾਰ ਮਨਜੀਤ ਸਿੰਘ ਜੀ ਕੇ ਦਿੱਲੀ ਕਮੇਟੀ ਦੇ ਪ੍ਰਧਾਨ ਨੇ, ਉਹਨਾਂ ਨੇ, ਉਹਨਾਂ ਦੇ ਸਾਥੀਆਂ ਨੇ, ਇਹਨਾਂ ਨੇ ਰਲ ਕੇ ਦਿੱਲੀ ਫਤਿਹ ਦਿਵਸ ਮਨਾਉਣਾ ਸ਼ੁਰੂ ਕੀਤਾ। ਇਹਦੇ ਨਾਲ ਸਾਨੂੰ ਸਿੱਖਾਂ ਨੂੰ ਇਹ ਚੇਤਾ ਆਇਆ ਕਿ ਕਦੀ ਅਸੀਂ ਵੀ ਦਿੱਲੀ ਫਤਿਹ ਕੀਤੀ ਸੀ। ਬੜਾ ਸ਼ਲਾਘਾਯੋਗ ਕਦਮ ਹੈ। ਕਈ ਕਹਿੰਦੇ ਨੇ ਕਿ ਨਹੀਂ, ਇਹਦੇ ਤੇ ਬਹੁਤ ਜ਼ਿਆਦਾ ਪੈਸੇ ਖਰਚ ਹੁੰਦੇ ਨੇ। ਬਈ ਜਿਹੜੇ ਇਹ ਕਹਿੰਦੇ ਨੇ ਉਹ ਥੋੜਿਆਂ 'ਚ ਕਰ ਦਿੰਦੇ, ਉਹ ਥੋੜਿਆਂ 'ਚ ਕਰ ਦਿੰਦੇ, 4 ਦਿਨ ਪਹਿਲਾਂ ਕਰ ਦਿੰਦੇ। ਆਪੇ ਮਨਜੀਤ ਸਿੰਘ ਨੂੰ ਕੋਈ ਨਾ ਪੁੱਛਦਾ, ਗੱਲ ਕਿਹੜੀ ਹੈ? ਤੇ ਹੁਣ ਕਰ ਲਓ। ਬਾਕੀ ਇਸ ਤੋਂ ਅੱਗੇ ਬਾਦਲ ਜੀ ਨੇ ਪੰਜਾਬ ਵਿੱਚ ਸਰਹੰਦ ਫਤਿਹ ਦਿਵਸ ਮਨਾਇਆ। ਵੱਡਾ ਘੱਲੂਘਾਰਾ, ਛੋਟਾ, ਹੋਰ ਇਸ ਤਰ੍ਹਾਂ ਦੀਆਂ ਅਨੇਕਾਂ ਉਹ ਯਾਦਗਾਰਾਂ ਬਣਾਈਆਂ ਨੇ ਜਿਨ੍ਹਾਂ ਨਾਲ ਪੰਥ ਨੂੰ ਆਪਣਾ ਪਿਛੋਕੜ ਚੇਤਾ ਆ ਸਕਦਾ, ਸਾਨੂੰ ਆਪਣਾ ਵਿਰਸਾ ਚੇਤੇ ਆਉਂਦਾ। ਅਨੰਦਪੁਰ ਸਾਹਿਬ ਵਿੱਚ ਉਹਨਾਂ ਨੇ ਇੱਕ ਹੋਰ ਬੜੀ ਸੁੰਦਰ ਯਾਦਗਾਰ ਬਣਾਈ ਹੈ। ਇਹ ਸਾਰੀਆਂ ਹੀ ਚੀਜ਼ਾਂ ਕਿਸੇ ਅਕਾਲੀ ਦੀਆਂ ਨਹੀਂ, ਕਿਸੇ ਨਿਰਮਲੇ ਨਾਮਧਾਰੀ ਨਿਹੰਗ ਦੀਆਂ ਨਹੀਂ, ਇਹ ਪੰਥ ਦੀਆਂ ਚੀਜ਼ਾਂ ਨੇ। ਠੀਕ ਹੈ, ਜਿਹੜਾ ਬਣਾ ਰਿਹਾ ਉਹਨੂੰ ਸ਼੍ਰੇ ਤੇ ਉਹਦਾ ਜਾਣਾ ਹੀ ਚਾਹੀਦਾ। ਅੱਜ ਅਸੀਂ ਨਾਮਧਾਰੀ ਪੰਥ ਆਪਸ ਵਿੱਚ ਲੜ ਰਹੇ ਹਾਂ, ਸਾਨੂੰ ਸ਼ਰਮ ਆਉਣੀ ਚਾਹੀਦੀ ਹੈ ਪਰ ਨਹੀਂ ਆਉਂਦੀ। ਆਪ ਜੀ ਸਾਰੇ ਅਰਦਾਸ ਕਰੋ ਅਤੇ ਜਿਵੇਂ ਸਰਨਾ ਜੀ ਨੇ ਕੋਸ਼ਿਸ਼ ਕੀਤੀ ਹੈ ਕਿ ਵਿਖੇਪਤਾ ਦੇ ਵਿੱਚ ਜਾ ਕੇ ਏਕਤਾ ਦੀ ਗੱਲ ਕੀਤੀ, ਬਾਕੀ ਵੀ ਸੰਗਤ ਜੇ ਕੋਸ਼ਿਸ਼ ਕਰੇ, ਭੈਣੀ ਸਾਹਿਬ ਜਾ ਕੇ ਉਹਨਾਂ ਨੂੰ ਮਨਾਵੇ। ਨਾਮਧਾਰੀ ਪੰਥ ਵਿੱਚ ਏਕਤਾ ਹੋ ਸਕਦੀ ਹੈ। ਏਕਤਾ ਕੋਈ ਔਖੀ ਗੱਲ ਨਹੀਂ, ਕਿਉਂਕਿ ਅਸੀਂ ਪੰਥ ਹਿਤੈਸ਼ੀ ਸੰਗਤ, ਅਸੀਂ ਕਿਸੇ ਗੁਰਦੁਆਰੇ ਦਾ ਕਬਜ਼ਾ ਨਹੀਂ ਮੰਗਦੇ, ਕੋਈ ਜਾਇਦਾਦ ਨਹੀਂ ਮੰਗਦੇ, ਕਿਸੇ ਤੋਂ ਗੱਦੀ ਖੋਹਦੇ ਨਹੀਂ, ਕੇਵਲ ਤੇ ਕੇਵਲ ਪੰਥ ਦੀ ਏਕਤਾ ਚਾਹੁੰਦੇ। ਇਹਦੇ ਵਿੱਚ ਕਿਸੇ ਨੂੰ ਕੀ ਸਮੱਸਿਆ?
ਆਪ ਜੀ ਸਾਰੇ ਵੀ ਇਸ ਵਾਸਤੇ ਪ੍ਰਯਤਨ ਕਰੋ ਤਾਂ ਕਿ ਨਾਮਧਾਰੀ ਪੰਥ ਇੱਕ ਹੋਵੇ, ਸਮੁੱਚਾ ਸਿੱਖ ਪੰਥ ਇੱਕ ਹੋ ਕੇ ਪ੍ਰਫੁੱਲਿਤ ਹੋ। ਬਾਣੀ ਵਿੱਚ ਲਿਖਿਆ ਇੱਕਾ ਬਾਣੀ ਇੱਕ ਗੁਰ, ਇੱਕਾ ਬਾਣੀ ਇੱਕ ਗੁਰ, ਇੱਕੋ ਸ਼ਬਦ ਵਿਚਾਰ, ਇੱਕੋ ਹੀ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਇੱਕੋ ਹੀ ਬਾਣੀ ਸਾਡੀ, ਉਹਨਾਂ ਦੇ ਵਚਨ ਨੂੰ ਵਿਚਾਰ ਕੇ ਮੰਨਣਾ। ਇਹ ਸਿੱਖੀ ਹੈ ਕਿ ਆਪਾਂ ਆਪਸ ਵਿੱਚ ਕਿਉਂ ਲੜਦੇ ਹਾਂ ਵੱਖੋ ਵੱਖਰੇ ਧੜੇ ਬਣਾ ਕੇ। ਸਾਨੂੰ ਇਸ ਗੱਲ ਤੋਂ ਸੰਕੋਚ ਕਰਨ ਦੀ ਲੋੜ ਹੈ। ਅਤੇ ਅਖੀਰ ਤੇ ਇੱਕ ਸ਼ਬਦ, ਇੱਕ ਸ਼ਲੋਕ, ਇੱਕ ਨਾਰਾ ਜਿਹੜਾ ਸੱਚੇ ਪਾਤਸ਼ਾਹ ਨੇ ਆਪੇ ਕਿਰਪਾ ਕਰਕੇ ਮੈਨੂੰ ਜਣਾਇਆ ਸੀ, ਉਹ ਅਸੀਂ ਆਪ ਜੀ ਦੇ ਸਾਹਮਣੇ ਕਰਦੇ ਹਾਂ। ਇਸ ਤੋਂ ਉਪਰੰਤ ਗੁਰੂ ਨਾਨਕ ਦੇ ਸਿੱਖ ਹਾਂ, ਗੁਰੂ ਨਾਨਕ ਦੇ ਸਿੱਖ ਹਾਂ, ਅਸੀਂ ਸਾਰੇ ਇੱਕ ਹਾਂ, ਪੰਥ ਪਾੜਨਾ ਪਾਪ ਹੈ, ਏਕਤਾ ਵਿੱਚ ਪ੍ਰਤਾਪ ਹੈ।